Hello students, welcome to this session of biology. Myself Parminder Tangdi, lecturer biology. Our today's topic is biotechnology and its applications. But beta, today we will focus mainly on role of biotechnology in the field of agriculture. Although biotechnology ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ, ਅਸੀਂ ਲਾਸਟ ਚੈਪਟਰ ਜੋ ਇਸ ਤੋਂ ਪਹਿਲਾ ਚੈਪਟਰ ਹੁੰਦਾ ਹੈ ਬਾਇਓਟੈਕਨੋਲੋਜੀ ਪ੍ਰਿੰਸੀਪਲਸ ਐਂਡ ਪ੍ਰੋਸੀਜਰ ਉਸ ਬਾਇਓਟੈਕਨੋਲੋਜੀ ਦਾ ਪੂਰਾ ਪ੍ਰੋਸੈਸ ਨੂੰ ਸਟੱਡੀ ਕਰਦੇ ਹਾਂ। ਪ੍ਰੋਸੈਸ ਨੂੰ ਸਟੱਡੀ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਬਾਇਓਟੈਕਨੋਲੋਜੀ ਨੂੰ ਯੂਜ਼ ਕਰ ਸਕਦੇ ਹਾਂ ਡਿਫਰੈਂਟ ਫੀਲਡਸ ਲਾਈਕ ਇਨ ਦ ਫੀਲਡ ਆਫ ਬਾਇਓਫਾਰਮਾਸਿਊਟੀਕਲਸ, ਥੈਰੇਪੈਟਿਕਸ, diagnostics, genetically modified organ crops, processed food, bioremediation, waste management, energy production. But beta ਜੇ syllabus point of view ਤੋਂ ਗੱਲ ਕੀਤੀ ਜਾਵੇ ਤਾਂ ਸਾਡੇ syllabus ਦੇ ਵਿੱਚ mainly genetically modified crops मतलब कि role of biotechnology in the field of agriculture as well as role of biotechnology in the field of medicine ਇਹ ਹੈਗੇ ਆ। ਅੱਜ ਬੇਟਾ ਅਸੀਂ mainly focus ਕਰ ਰਹੇ ਹਾਂ ਬਾਇਓਟੈਕਨੋਲੋਜੀ ਦਾ ਜੋ ਰੋਲ ਹੈ ਇਨ ਦ ਫੀਲਡ ਆਫ ਐਗਰੀਕਲਚਰ। ਹੁਣ ਬੇਟਾ ਜਦੋਂ ਅਸੀਂ ਐਗਰੀਕਲਚਰ ਦੀ ਗੱਲ ਕਰਦੇ ਹਾਂ ਬਿਕੋਜ਼ ਅਸੀਂ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਹਾਂ, ਸਾਡੀ ਜਿਹੜੀ ਇਕੋਨਮੀ ਹੈ ਉਹ ਐਗਰੀਕਲਚਰ ਬੇਸਡ ਇਕੋਨਮੀ ਹੈ। ਇੰਡਸਟਰੀਅਲਾਈਜੇਸ਼ਨ ਵੀ ਆਲਦੋ ਬਹੁਤ ਜ਼ਿਆਦਾ ਸਾਡੀ ਕੰਟਰੀ ਦੇ ਵਿੱਚ ਹੈਗਾ, ਬਟ ਮੇਨਲੀ ਅਸੀਂ ਐਗਰੀਕਲਚਰ ਦੇ ਉੱਤੇ ਖੇਤੀਬਾੜੀ ਦੇ ਉੱਤੇ ਡਿਪੈਂਡੈਂਟ ਹੈ। ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਬੇਸਡ ਸਟੇਟ ਹੈਗੀ ਹੈ ਬੇਸਿਕਲੀ। ਸੋ ਬੇਟਾ ਜੇ ਆਪਾਂ ਆਪਣੇ ਪੰਜਾਬ ਦੇ ਵਿੱਚ ਸਟੇਟ ਦੇ ਕੰਸਰਨ ਦੇ ਵਿੱਚ ਦੇਖੀਏ ਤਾਂ ਜੇ ਅਸੀਂ ਐਗਰੀਕਲਚਰ ਤੋਂ ਆਪਣੀਆਂ ਜੋ ਕ੍ਰੌਪਸ ਲੈ ਰਹੇ ਹਾਂ ਉਹਨਾਂ ਕ੍ਰੌਪਸ ਦਾ ਪ੍ਰੋਡਕਸ਼ਨ ਇਨਕਰੀਜ਼ ਕਰਨਾ ਚਾਹੁੰਦੇ, ਯੀਲਡ ਇਨਕਰੀਜ਼ ਕਰਨਾ ਚਾਹੁੰਦੇ, ਫੂਡ ਪ੍ਰੋਡਕਸ਼ਨ ਵਧਾਉਣਾ ਚਾਹੁੰਦੇ ਹਾਂ, ਫॉर दैट ਵੀ ਹੈਵ ਡਿਫਰੈਂਟ ਸਟ੍ਰੈਟਜੀਜ਼। ਜਿਸ ਤਰ੍ਹਾਂ ਬੇਟਾ ਇੱਥੇ ਆਪਣੇ ਕੋਲੇ ਡਿਸਕਸ ਕੀਤੀਆਂ ਹੋਈਆਂ, ਸਭ ਤੋਂ ਪਹਿਲਾ ਹੈ ਐਗਰੋ ਕੈਮੀਕਲ ਬੇਸਡ ਐਗਰੀਕਲਚਰ। ਇੱਕ ਇਸ ਤਰ੍ਹਾਂ ਦਾ ਐਗਰੀਕਲਚਰ ਹੈ ਜਿਸ ਦੇ ਵਿੱਚ ਅਸੀਂ ਬੇਟਾ ਕੈਮੀਕਲਸ ਬੇਸਡ ਐਗਰੀਕਲਚਰ ਕਰਦੇ ਹਾਂ। ਅਸੀਂ ਇਨਸੈਕਟੀਸਾਈਡ ਸਪਰੇ ਕਰਦੇ ਹਾਂ, ਪੈਸਟੀਸਾਈਡ ਸਪਰੇ ਕਰਦੇ ਹਾਂ ਤੇ ਇਹਨਾਂ ਇਨਸੈਕਟੀਸਾਈਡਸ ਨਾਲ ਪੈਸਟੀਸਾਈਡਸ ਨਾਲ ਅਸੀਂ ਆਪਣੀ ਕ੍ਰੌਪਸ ਨੂੰ ਇਹਨਾਂ ਪੈਸਟਸ ਤੋਂ ਬਚਾਉਣੇ ਆ। ਇਹੋ ਜਿਹੇ ਇਨਸੈਕਟਸ ਜਿਹੜੇ ਸਾਡੀਆਂ ਕ੍ਰੌਪਸ ਨੂੰ ਖਰਾਬ ਕਰਦੇ ਆ ਉਹਨਾਂ ਨੂੰ ਕਿਲ ਕਰਨ ਵਾਸਤੇ ਅਸੀਂ ਕੈਮੀਕਲ ਬੇਸਡ ਇਨਸੈਕਟੀਸਾਈਡ ਯੂਜ਼ ਕਰਦੇ ਹਾਂ ਤੇ ਉਸ ਦੇ ਨਾਲ ਅਸੀਂ ਬੇਟਾ ਮੈਨੀਫੋਲਡ ਆਪਣੀ ਜਿਹੜੀ ਕ੍ਰੌਪ ਪ੍ਰੋਡਕਸ਼ਨ ਉਸ ਨੂੰ ਇਨਕਰੀਜ਼ ਵੀ ਕੀਤਾ ਹੈ। ਜਿਸ ਤਰੀਕੇ ਨਾਲ ਬੇਟਾ ਪੰਜਾਬ ਦੇ ਵਿੱਚ ਜਾਂ ਪੂਰੇ ਨਾਰਥ ਇੰਡੀਆ ਦੇ ਵਿੱਚ ਜੇ ਅਸੀਂ ਗੱਲ ਕੀਤੀ ਜਾਵੇ ਤਾਂ ਗ੍ਰੀਨ ਰੈਵੋਲੂਸ਼ਨ ਹੋਇਆ। ਗ੍ਰੀਨ ਰੈਵੋਲੂਸ਼ਨ ਦੇ ਨਾਲ ਅਸੀਂ ਬੇਟਾ ਕ੍ਰੌਪਸ ਦਾ ਜਿਹੜਾ ਪ੍ਰੋਡਕਸ਼ਨ ਹੈ ਉਸ ਨੂੰ ਬਹੁਤ ਜ਼ਿਆਦਾ ਇਨਕਰੀਜ਼ ਕਰ ਲਿਆ। 3 ਟਾਈਮਸ ਅਸੀਂ ਬੇਟਾ ਟ੍ਰਿਪਲ ਕਰ ਲਈ ਆਪਣੀ ਫੂਡ ਪ੍ਰੋਡਕਸ਼ਨ। ਉਹ 'ਚ ਅਸੀਂ ਸਿਰਫ ਐਗਰੋ ਕੈਮੀਕਲ ਬੇਸਡ ਐਗਰੀਕਲਚਰ ਨਹੀਂ ਕੀਤਾ, ਅਸੀਂ ਆਪਣਾ ਜਿਹੜਾ ਸੀਡਸ ਨੇ ਉਹਨਾਂ ਨੂੰ ਵੀ ਮੋਡੀਫਾਈ ਕੀਤਾ। ਅਲੱਗ-ਅਲੱਗ ਤਰੀਕੇ ਦੇ ਬੇਟਾ ਅਸੀਂ ਸੀਡਸ ਲੈ ਕੇ ਆਏ ਹਾਂ, ਇਰੀਗੇਸ਼ਨ ਦੇ ਮੈਥਡਸ ਚੇਂਜ ਕੀਤੇ ਐਂਡ ਉਹਨਾਂ ਸਾਰੇ ਮੈਥਡਸ ਦੇ ਨਾਲ ਅਸੀਂ ਆਪਣੀ ਐਗਰੀਕਲਚਰ ਦੀ ਜਿਹੜੀ ਪ੍ਰੋਡਕਸ਼ਨ ਹੈ ਕ੍ਰੌਪਸ ਦੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕੀਤਾ। ਦੂਸਰਾ ਸਾਡੇ ਕੋਲ ਹੈ ਆਰਗੈਨਿਕ ਐਗਰੀਕਲਚਰ, ਜਿਹਦਾ ਅੱਜ ਕੱਲ੍ਹ ਬਹੁਤ ਟ੍ਰੈਂਡ ਹੈ ਕਿ ਅਸੀਂ ਕੈਮੀਕਲ ਬੇਸਡ ਐਗਰੀਕਲਚਰ ਨਾ ਕਰੀਏ, ਅਸੀਂ ਆਰਗੈਨਿਕ ਐਗਰੀਕਲਚਰ ਕਰੀਏ, ਅਸੀਂ ਦੇਸੀ ਖਾਦਾਂ ਸਾਰੀਆਂ ਜਿਹੜੀਆਂ ਉਹ ਪਾਈਏ, ਬਾਇਓ ਫਰਟੀਲਾਈਜ਼ਰਸ ਅਸੀਂ ਯੂਜ਼ ਕਰੀਏ। ਤੀਸਰੀ ਜਿਹੜੀ ਸਾਡੇ ਕੋਲ ਬੇਟਾ ਹੈ ਦੈਟ ਇਜ਼ ਜੈਨੇਟਿਕਲੀ ਇੰਜੀਨੀਅਰਡ ਕ੍ਰੌਪ ਬੇਸਡ ਐਗਰੀਕਲਚਰ। ਇਹ ਕੀ ਹੈ ਅਸਲ ਦੇ ਵਿੱਚ? ਪਹਿਲੀਆਂ ਦੋਨੋਂ ਸਟ੍ਰੈਟਜੀਜ਼ ਨੂੰ ਦੇਖ ਲਈਏ, ਚਾਹੇ ਗ੍ਰੀਨ ਰੈਵੋਲੂਸ਼ਨ ਦੇ ਨਾਲ ਅਸੀਂ ਬਹੁਤ ਜ਼ਿਆਦਾ ਕ੍ਰੌਪ ਪ੍ਰੋਡਕਸ਼ਨ ਇਨਕਰੀਜ਼ ਕਰ ਲਈ ਹੈ, ਆਰਗੈਨਿਕ ਐਗਰੀਕਲਚਰ ਦਾ ਟ੍ਰੈਂਡ ਚੱਲ ਰਿਹਾ ਹੈ, ਬਟ ਫਿਰ ਵੀ ਬੇਟਾ ਉਹ ਜਿੰਨਾ ਸਾਡੇ ਕੋਲ ਫੂਡ ਪ੍ਰੋਡਕਸ਼ਨ ਹੋਈ ਹੈ, ਜਿੰਨੀ ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਐਟ ਦਾ ਸੇਮ ਟਾਈਮ ਜਿੰਨੀ ਸਾਡੀ ਰਿਕੁਆਇਰਮੈਂਟ ਹੈ, ਸਾਡੀ ਪ੍ਰੋਡਕਸ਼ਨ ਸਾਡੀ ਰਿਕੁਆਇਰਮੈਂਟ ਨੂੰ ਕੋਪ ਅਪ ਨਹੀਂ ਕਰ ਪਾ ਰਹੀ। ਸਾਨੂੰ ਹੋਰ ਜ਼ਿਆਦਾ ਪ੍ਰੋਡਕਸ਼ਨ ਦੀ ਜ਼ਰੂਰਤ ਹੈ, ਸਾਨੂੰ ਨਵੇਂ ਮੈਥਡਸ ਲੈ ਕੇ ਆਉਣ ਦੀ ਜ਼ਰੂਰਤ ਹੈ, ਸਾਨੂੰ ਆਪਣੇ ਸੀਡਸ ਨੂੰ ਮੋਡੀਫਾਈ ਕਰਨ ਦੀ ਜ਼ਰੂਰਤ ਹੈ। ਉਸ ਐਂਗਲ ਤੋਂ ਜੇ ਦੇਖਿਆ ਜਾਵੇ ਤਾਂ ਅਸੀਂ ਆਪਣੀਆਂ ਕ੍ਰੌਪਸ ਨੂੰ ਐਨਵਾਇਰਨਮੈਂਟ ਤੋਂ ਵੀ ਪ੍ਰੋਟੈਕਸ਼ਨ ਦੇਣੀ ਹੈ, ਅਸੀਂ ਆਪਣੀ ਕ੍ਰੌਪ ਨੂੰ ਡਿਜ਼ੀਜ਼ਸ ਤੋਂ ਵੀ ਪ੍ਰੋਟੈਕਸ਼ਨ ਦੇਣੀ ਹੈ, ਐਟ ਦਾ ਸੇਮ ਟਾਈਮ ਅਸੀਂ ਆਪਣੀ ਕ੍ਰੌਪ ਤੋਂ ਯੀਲਡ ਵੀ ਇਨਕਰੀਜ਼ ਕਰਨਾ ਹੈ। ਜੇ ਸਭ ਕੁਝ ਕਰਨਾ ਹੈ ਫॉर दैट ਜਿਹੜੀ ਸਾਡੇ ਕੋਲ ਆਪਸ਼ਨ ਹੈਗੀ ਹੈ ਦੈਟ ਇਜ਼ ਜੈਨੇਟਿਕਲੀ ਇੰਜੀਨੀਅਰਡ ਕ੍ਰੌਪ ਬੇਸਡ ਐਗਰੀਕਲਚਰ। ਅਸੀਂ ਕਿਹੋ ਜਿਹਾ ਐਗਰੀਕਲਚਰ ਕਰੀਏ, ਇਹੋ ਜਿਹੀਆਂ ਅਸੀਂ ਕ੍ਰੌਪਸ ਬੀਜੀਏ, ਇਹੋ ਜਿਹੀਆਂ ਫਸਲਾਂ ਉਗਾਈਏ ਜਿਹੜੀਆਂ ਜੈਨੇਟਿਕਲੀ ਇੰਜੀਨੀਅਰਡ ਹੋਣ। ਜੋ ਅਸੀਂ ਪੂਰੀ ਇੱਥੇ ਬਾਇਓਟੈਕਨੋਲੋਜੀ ਪੜ੍ਹ ਰਹੇ ਹਾਂ, ਰਿਕੰਬੀਨੈਂਟ DNA ਟੈਕਨੋਲੋਜੀ ਪੜ੍ਹ ਰਹੇ ਹਾਂ, ਅਸੀਂ ਉਸ ਰਿਕੰਬੀਨੈਂਟ DNA ਟੈਕਨੋਲੋਜੀ ਦੇ ਨਾਲ ਆਪਣੀ ਕ੍ਰੌਪਸ ਨੂੰ ਮੋਡੀਫਾਈ ਕਰੀਏ ਤੇ ਉਹਨਾਂ ਕ੍ਰੌਪਸ ਨੂੰ ਅਸੀਂ ਨਾਮ ਦੇਵਾਂਗੇ ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮਸ, GMO ਜਾਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਦਾ ਨਾਮ ਦੇਵਾਂਗੇ। ਇਹ ਅਸੀਂ ਜਿਹੜੇ GMO ਨੇ ਕਿ ਅਸੀਂ ਸਿਰਫ ਕ੍ਰੌਪਸ ਨੂੰ ਮੋਡੀਫਾਈ ਕੀਤਾ, ਅਸੀਂ ਆਪਣੀ ਕ੍ਰੌਪਸ ਦਾ ਜੈਨੇਟਿਕ ਮੇਕਅਪ ਚੇਂਜ ਕਰਤਾ ਕਿ ਅਸੀਂ ਇਕੱਲੇ ਪਲਾਂਟਸ ਦਾ ਕੀਤਾ? ਨੋ, ਪਲਾਂਟਸ ਤੋਂ ਇਲਾਵਾ ਬੈਕਟੀਰੀਆ ਦਾ, ਫੰਜਾਈ ਦਾ, ਪਲਾਂਟਸ ਦਾ, ਐਨੀਮਲਸ ਦਾ, ਇਹਨਾਂ ਸਾਰਿਆਂ ਦੇ ਅਸੀਂ ਜੀਨਸ ਨੂੰ ਅਲਟਰ ਕੀਤਾ ਬਾय ਮੈਨੀਪੂਲੇਸ਼ਨ। ਅਸੀਂ ਜੀਨ ਮੈਨੀਪੂਲੇਸ਼ਨ ਕੀਤੀ ਹੈ, ਆਪਣੇ ਅਕੋਰਡਿੰਗਲੀ ਇਹਨਾਂ ਦਾ ਜੈਨੇਟਿਕ ਮੇਕਅਪ ਚੇਂਜ ਕੀਤਾ।
क्योंकि बेसिक प्रोसैस की है, बेसिक जो प्रोसैस देखा जाए ऑर्गेनिज्म को DNA होंदा है, DNA तो जिहड़ा हैगा बेटा वो ट्रांसक्रिप्शन दे नाल RNA बनाउंदे है, फिर ट्रांसलेशन दे नाल जिहड़ा हैगा वो RNA प्रोटीन दे विच एक्सप्रैस करदे है। हुण वट इज प्रोटीन? प्रोटीन जिहड़ा हैगा इस दे विच अमाइनो एसिड्स लगे हुए है। दिस इज द चेन ऑफ अमाइनो एसिड्स। अपने कोले बेटा किन्ने अमाइनो एसिड्स ने? वी हैव 20 डिफरेंट टाइप्स ऑफ अमाइनो एसिड्स, बट इन्हां 20 अमाइनो एसिड्स तो बनने वाले जिहड़े प्रोटीन्स ने, प्रोटीन दी टाइप्स बहुत ज़्यादा ने। हाउ इज दिस पॉसिबल कि सिर्फ 20 अमाइनो एसिड्स दे नाल असीं इन्ने ज़्यादा प्रोटीन्स प्रोड्यूस कर लैंदे हैं? ਉਹਦਾ रीजन की है? क्योंकि प्रोटीन ਦੇ ਵਿੱਚ अमाइनो एसिड ਦੀ सीक्वेंस वेरी कर रही है। प्रोटीन ਜਿਹੜਾ ਹੈਗਾ अमाइनो एसिड 1, अमाइनो एसिड 2, अमाइनो एसिड 3 इस तरीके ਨਾਲ ਹੈ। ਇਹਨਾਂ अमाइनो एसिड ਦੀ सीक्वेंस ਕੀ ਹੈ डिसाइड करता प्रोटीन ਦੀ नेचर ਨੂੰ। ਹੁਣ ਇਹਨਾਂ अमाइनो एसिड ਦੀ सीक्वेंस ਨੂੰ डिसाइड कौन कर रहा है? mRNA ਦੇ ਉੱਤੇ ਨਾਈਟ੍ਰੋਜਨ ਬੇਸਿਸ ਦੀ सीक्वेंस ਜਿਹਨੂੰ ਅਸੀਂ ਜੈਨੇਟਿਕ ਕੋਡ ਦਾ ਨਾਮ ਦੇ ਦਿੰਦੇ ਹਾਂ, ਤੇ ਉਸ ਨੂੰ ਇਨ ਟਰਨ डिसाइड कौन कर रहा है? ਉਸ ਨੂੰ डिसाइड कर रहा है DNA ਦੇ ਵਿੱਚ ਨਾਈਟ੍ਰੋਜਨ ਬੇਸਿਸ ਦੀ सीक्वेंस। मीनस टू से ਜਿਹੋ ਜਿਹਾ DNA है, DNA ਦੇ ਵਿੱਚ ਨਾਈਟ੍ਰੋਜਨ ਬੇਸਿਸ ਦੀ ਜਾਂ ਨਿਊਕਲੀਓਟਾਈਡਸ ਦੀ ਜੋ ਸੀਕੁਐਂਸ ਹੈ, ਅਕੋਰਡਿੰਗਲੀ ਨਿਊਕਲੀਓਟਾਈਡਸ ਦੀ ਸੀਕੁਐਂਸ RNA ਦੇ ਵਿੱਚ ਹੋਏਗੀ ਤੇ ਅਕੋਰਡਿੰਗਲੀ ਅਮਾਈਨੋ ਐਸਿਡ ਦੀ ਸੀਕੁਐਂਸ ਹੋਏਗੀ ਪ੍ਰੋਟੀਨ ਦੇ ਵਿੱਚ। ਸੋ ਜੇ ਅਸੀਂ ਪ੍ਰੋਟੀਨ ਨੂੰ ਚੇਂਜ ਕਰਨਾ ਚਾਹੁੰਦੇ ਹਾਂ, ਸਪੋਜ਼ ਅਸੀਂ ਇਸ ਅਮਾਈਨੋ ਐਸਿਡ ਨੂੰ ਜੇ ਚੇਂਜ ਕਰ ਦਿੰਦੇ ਹਾਂ ਤਾਂ ਪ੍ਰੋਟੀਨ ਟੋਟਲੀ ਡਿਫਰੈਂਟ ਹੋ ਜਾਂਦਾ ਹੈ। ਆਪਣੇ ਕੋਲੇ ਹੈ AA1, AA4, AA3, मीनस ਅਸੀਂ ਅਮਾਈਨੋ ਐਸਿਡ 2 ਨੂੰ ਰਿਪਲੇਸ ਕਰਤਾ ਅਮਾਈਨੋ ਐਸਿਡ 4 ਦੇ ਨਾਲ। इफ वी वांट टू चेंज दिस अमाइनो एसिड तो सानू सिंपली की करना पऊगा, DNA ਦੇ ਵਿੱਚ ਇਸ अमाइनो एसिड 2 ਨੂੰ ਕੋਡ ਕਰਨ ਵਾਲਾ ਜਿਹੜਾ ਨਿਊਕਲੀਓਟਾਈਡ ਸੀ ਉਸ ਨੂੰ ਅਸੀਂ ਚੇਂਜ ਕਰ ਦਾਂਗੇ ਵਿਦ ਸਮ ਅਦਰ ਨਿਊਕਲੀਓਟਾਈਡ ਵਿੱਚ ਕੋਡ ਫॉर अमाइनो एसिड 4। ਸੋ ਇੱਕ ਅਮਾਈਨੋ ਐਸਿਡ ਚੇਂਜ ਹੋਣ ਦੇ ਨਾਲ DNA ਪੂਰੇ ਦਾ ਪੂਰਾ ਪ੍ਰੋਟੀਨ ਉਸ ਦੀ ਨੇਚਰ ਚੇਂਜ ਹੋ ਜਾਏਗੀ। ਸਿਰਫ ਇੱਕ ਅਮਾਈਨੋ ਐਸਿਡ ਨੂੰ ਚੇਂਜ ਕਰਨ ਦੇ ਲਈ ਕੀ ਕਰਨਾ ਪਊ? DNA ਨੂੰ ਚੇਂਜ ਕਰਨਾ ਪਊਗਾ, DNA ਦੇ ਵਿੱਚ ਨਿਊਕਲੀਓਟਾਈਡ ਦੀ ਸੀਕੁਐਂਸ ਨੂੰ ਚੇਂਜ ਕਰਨਾ ਪਊ। ਇਹਦਾ ਮਤਲਬ ਅਸੀਂ ਜੈਨੇਟਿਕ ਦੀ ਇੰਜੀਨੀਅਰਿੰਗ ਕੀਤੀ ਹੈ, ਅਸੀਂ ਇੱਕ ਰਿਕੰਬੀਨੈਂਟ DNA ਟੈਕਨੋਲੋਜੀ ਦੇ ਨਾਲ ਆਪਣਾ ਡਿਜ਼ਾਇਰਡ ਪ੍ਰੋਟੀਨ ਪ੍ਰੋਡਿਊਸ ਕਰ ਲਿਆ। ਸੋ ਡਿਜ਼ਾਇਰਡ ਪ੍ਰੋਟੀਨ ਪ੍ਰੋਡਿਊਸ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਪਲਾਂਟਸ ਦੇ ਵਿੱਚ ਬੈਕਟੀਰੀਆ, ਫੰਜਾਈ, ਐਨੀਮਲਸ ਸਾਰਿਆਂ ਦੇ ਵਿੱਚ ਹੋ ਸਕਦਾ ਹੈ, ਬਟ ਬਿਕਾਜ਼ ਅਸੀਂ ਇਸ ਚੈਪਟਰ ਦੇ ਵਿੱਚ ਗੱਲ ਕਰ ਰਹੇ ਹਾਂ, ਅੱਜ ਦੇ ਟੌਪਿਕ ਦੇ ਵਿੱਚ ਗੱਲ ਕਰ ਰਹੇ ਹਾਂ ਰੋਲ ਆਫ ਬਾਇਓਟੈਕਨੋਲੋਜੀ ਇਨ ਦ ਫੀਲਡ ਆਫ ਐਗਰੀਕਲਚਰ। ਸੋ ਅਸੀਂ ਸਿਰਫ ਐਗਰੀਕਲਚਰ ਦੇ ਵਿੱਚ ਬੇਟਾ ਜਿਹੜੀਆਂ ਇਸ ਦੀਆਂ ਐਪਲੀਕੇਸ਼ਨਸ ਨੇ ਉਸ ਨੂੰ ਸਟੱਡੀ ਕਰਾਂਗੇ। ਹੁਣ ਜਿਹੜੇ ਜੈਨੇਟਿਕਲੀ ਮੋਡੀਫਾਈਡ ਪਲਾਂਟਸ ਨੇ ਉਹਨਾਂ ਦੇ ਕੀ ਐਡਵਾਂਟੇजेस ਹੋ ਸਕਦੇ? देखो ये सारे पॉइंट समझने की जरूरत है, इन्हां चों बार-बार बोर्ड एग्जाम्स दे विच भी क्वेश्चन पूछे जाते हैं, कई बार आपां इग्नोर कर जाते इन्हां पॉइंट्स नूं। तुहाडा बेटा जो टैक्सट बुक हैगी है NCERT दी बुक दे विच सारे ये पॉइंट्स जिहड़े हैगे लिखे हुए हैं, समझने की जरूरत है, कल्ले-कल्ले पॉइंट नूं समझांगे। इट मेक्स द क्रॉप मोर टॉलरेंट टू अबायोटिक स्ट्रेस, जिवें कोल्ड है, ड्राउट है, सॉल्ट है, हीट है, इन्हां सारियां दा साडीआं क्रॉप्स दे उत्ते इफैक्ट हुंदा है। क्यों ना असीं प्लांट्स दा जिहड़ा जेनेटिक मेकअप चेंज कर दईए ਤੇ ਉਸ ਜੈਨੇਟਿਕ ਮੇਕਅਪ ਨੂੰ ਚੇਂਜ ਕਰਨ ਤੋਂ ਬਾਅਦ ਜਿਹੜੀਆਂ ਸਾਡੀਆਂ ਕ੍ਰੌਪਸ ਨੇ ਉਹ ਇਹੋ ਜਿਹੀਆਂ এনवायरमेंटल ਸਟ੍ਰੈਸਸ ਤੋਂ ਟੋਲਰੈਂਟ ਹੋ ਜਾਣ, ਇਹਨਾਂ ਦਾ ਕੋਈ ਇਫੈਕਟ ਹੀ ਨਾ ਹੋਵੇ ਉਹਦੇ ਤੇ। ਦੂਸਰਾ, ਅਸੀਂ ਆਪਣੀਆਂ ਕ੍ਰੌਪਸ ਨੂੰ ਪੈਸਟ ਰੈਜ਼ਿਸਟੈਂਟ ਕਰ ਸਕਦੇ ਹਾਂ ਤੇ ਸਾਡੀਆਂ ਕ੍ਰੌਪਸ ਦੇ ਉੱਤੇ ਪੈਸਟ ਦਾ ਕੋਈ ਰੈਜ਼ਿਸਟੈਂਸ ਨਾ ਹੋਵੇ, ਆਟੋਮੈਟਿਕਲੀ ਜਿਹੜਾ ਹੈਗਾ ਉਹ ਰੈਜ਼ਿਸਟੈਂਟ ਹੋ ਜਾਣ, ਜਿਹਦੇ ਕਰਕੇ ਸਾਨੂੰ ਕੈਮੀਕਲ ਪੈਸਟੀਸਾਈਡਸ ਦੀ ਹੈਲਪ ਦੀ ਜ਼ਰੂਰਤ ਹੀ ਨਾ ਪਵੇ। ਜਿਵੇਂ ਅੱਜ ਜਿਹੜੀ ਹੈਗੀ ਹੈ ਬੇਟਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ BT ਕਾਟਨ ਦੀ ਪੜਾਉਂਗਾ। BT ਕਾਟਨ ਦੇ ਉੱਤੇ ਜਿਹੜਾ ਹੈਗਾ ਅਸੀਂ ਕਿਵੇਂ ਇਹਦਾ ਜੈਨੇਟਿਕ ਮੇਕਅਪ ਚੇਂਜ ਕੀਤਾ ਤੇ ਇਸ ਦਾ ਜੈਨੇਟਿਕ ਮੇਕਅਪ ਚੇਂਜ ਕਰਨ ਦਾ ਰਿਜ਼ਲਟ ਕੀ ਨਿਕਲਿਆ ਕਿ ਹੁਣ ਸਾਨੂੰ ਇਸ ਦੇ ਉੱਤੇ ਕੈਮੀਕਲ ਪੈਸਟੀਸਾਈਡਸ ਜਿਹੜੇ ਹੈਗੇ ਨੇ ਉਹ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈਗੀ, ਇਹ ਆਟੋਮੈਟਿਕਲੀ ਟੋਲਰੈਂਟ ਹੋ ਗਿਆ। ਉਹ ਕਿਵੇਂ ਹੋ ਗਿਆ ਅੱਜ ਦੇ ਇਸ ਚੈਪਟਰ ਦੇ ਵਿੱਚ ਹੀ ਪੜਾਉਣਾ। ਥਰਡ ਜਿਹੜਾ ਹੈਗਾ ਬੇਟਾ, ਇਟ ਹੈਲਪਸ ਟੂ ਰਿਡਿਊਸ ਦ ਪੋਸਟ ਹਾਰਵੈਸਟ ਲਾਸ। ਪੋਸਟ ਹਾਰਵੈਸਟ ਲਾਸ ਬਹੁਤ ਜ਼ਿਆਦਾ ਹੋ ਜਾਂਦਾ। ਇਹਦਾ ਮਤਲਬ ਕੀ ਹੈ? ਜਿਵੇਂ ਟੋਮੈਟੋ ਹੈ, ਅਸੀਂ ਇਹਦੀ ਹਾਰਵੈਸਟਿੰਗ ਕਰ ਲਈ, ਟੋਮੈਟੋ ਦੀ ਹਾਰਵੈਸਟਿੰਗ ਕਰਨ ਤੋਂ ਬਾਅਦ ਦੇ ਵਿੱਚ ਇਹ ਸਾਡੇ ਕੋਲੇ ਬੇਟਾ ਮਾਰਕੀਟ ਦੇ ਵਿੱਚ ਜਾਏਗਾ, ਹੌਲੀ ਹੌਲੀ ਆਪਣੇ ਕੋਲੇ ਹਿਊਮਨ ਯੂਜ਼ ਦੇ ਲਈ ਪਹੁੰਚੇਗਾ। ਤਾਂ ਇਹਦੀ ਹਾਰਵੈਸਟਿੰਗ ਕਰਨ ਤੋਂ ਬਾਅਦ ਚ ਹਿਊਮਨ ਯੂਜ਼ ਤੱਕ ਪਹੁੰਚਣ ਦੇ ਇਨ ਬਿਟਵੀਨ ਬਹੁਤ ਜ਼ਿਆਦਾ ਲਾਸ ਹੋ ਜਾਂਦਾ ਕ੍ਰੌਪ ਦਾ, that is called post harvest loss। ਕਿਉਂ ਨਾ ਅਸੀਂ ਆਪਣਾ ਜੈਨੇਟਿਕ ਮੇਕਅਪ ਹੀ ਇਹੋ ਜਿਹਾ ਕਰ ਦਈਏ ਕਿ ਟੋਮੈਟੋ ਜਿਹੜਾ ਹੈਗਾ ਉਸ ਨੂੰ ਆਪਾਂ ਕੱਚੇ ਨੂੰ ਹੀ ਤੋੜਿਆ ਜਾਂਦਾ ਹੈ, ਗ੍ਰੀਨ ਨੂੰ ਤੋੜਿਆ ਜਾਂਦਾ ਹੈ, ਤੇ ਹੌਲੀ ਹੌਲੀ ਆਉਂਦਾ ਜਦੋਂ ਤੱਕ ਸਾਡੇ ਕੋਲ 5-7 ਦਿਨ ਲੱਗ ਜਾਂਦੇ ਆ ਮਾਰਕੀਟਿੰਗ ਦੇ ਵਿੱਚ, ਪੈਕਿੰਗ ਦੇ ਵਿੱਚ, ਤੇ ਘਰਾਂ ਤੱਕ ਪਹੁੰਚਦੇ ਡਿਊਰਿੰਗ ਦੈਟ ਉਹ ਪੱਕ ਜਾਂਦਾ ਹੈ। ਜੇ ਇਸ ਦਾ ਜਿਹੜਾ ਹੈਗਾ ਹੁੰਦਾ ਤਾਂ ਵੈਸੇ ਇਹ ਹੈ, ਬਟ ਅਸੀਂ ਇਸ ਚੀਜ਼ ਨੂੰ ਇਨਹਾਂਸ ਕਰ ਲਿਆ ਕਿ ਇਸ ਦਾ ਪੋਸਟ ਹਾਰਵੈਸਟਿੰਗ ਜਿਹੜਾ ਰਾਈਪਨਿੰਗ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਉਹ ਅਸੀਂ ਐਕਸਟੈਂਡ ਕਰਤਾ, ਉਹ ਇੰਨਾ ਕੁ ਐਕਸਟੈਂਡ ਕਰਤਾ ਕਿ ਹੁਣ ਇਹਦਾ ਪੋਸਟ ਹਾਰਵੈਸਟ ਲਾਸ ਨਹੀਂ ਹੋ ਰਿਹਾ। ਫਿਰ ਹੋਰ ਕੀ ਹੈ ਕਿ ਪਲਾਂਟਸ ਨੇ ਦੇਖੋ ਮਿਨਰਲਸ ਨੂੰ ਯੂਜ਼ ਕਰਨਾ ਹੁੰਦਾ ਹੈ, ਸੋਇਲ ਦੇ ਵਿੱਚ ਉਸਨੇ ਅਬਜ਼ੌਰਬ ਕਰਨਾ ਹੁੰਦਾ ਹੈ, ਅਸੀਂ ਉਸ ਦੀ ਮਿਨਰਲ ਯੂਜ਼ ਦੀ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰ ਸਕਦੇ ਹਾਂ।
फिर प्लांट्स की जिहड़ी हैगी न्यूट्रीशनल वैल्यू इनक्रीज कर सकते हैं, लाइक जिहड़ा गोल्डन राइस है, गोल्डन राइस ਦੇ ਵਿੱਚ ਵਿਟਾਮਿਨ ਏ ਹੁੰਦਾ ਹੈ, ਯੈਸ ਨੈਚੁਰਲੀ ਵਿਟਾਮਿਨ ਏ ਇਜ਼ ਪ੍ਰੈਜ਼ੈਂਟ, ਬਟ ਅਸੀਂ 골ਡਨ ਰਾਈਸ ਦਾ ਜੈਨੇਟਿਕ ਮੇਕਅਪ ਚੇਂਜ ਕਰਕੇ ਇਸ ਨੂੰ ਜੀਐਮਓ ਜੈਨੇਟਿਕਲੀ ਮੋਡੀਫਾਈਡ ਆਰਗੇਨਿਜ਼ਮ ਦੇ ਵਿੱਚ ਕਨਵਰਟ ਕਰਕੇ ਇਹਦੇ ਚੋਂ ਪ੍ਰੋਡਿਊਸ ਹੋਣ ਵਾਲੇ ਵਿਟਾਮਿਨ ਏ ਦੇ ਕੰਟੈਂਟ ਨੂੰ ਇਨਕਰੀਜ਼ ਕਰ ਸਕਦੇ ਹਾਂ। ਸੋ ਜੇ ਵਿਟਾਮਿਨ ਏ ਦਾ ਕੰਟੈਂਟ ਇਨਕਰੀਜ਼ ਹੋ ਗਿਆ, ਇਟ ਮੀਨਸ ਕੀ ਹੋ ਗਿਆ ਕਿ ਨਿਊਟ੍ਰੀਸ਼ਨਲ ਵੈਲਿਊ ਅਸੀਂ ਇਨਕਰੀਜ਼ ਕਰ ਲਈ। ਸਿਮਿਲਰਲੀ ਜੈਨੇਟਿਕਲੀ ਮੋਡੀਫਾਈਡ ਜਿਹੜੇ ਕ੍ਰੌਪਸ ਨੇ, ਇਹਨਾਂ ਨੂੰ ਅਸੀਂ ਬੇਟਾ ਜੈਨੇਟਿਕ ਮੋਡੀਫਿਕੇਸ਼ਨ ਅਸੀਂ ਯੂਜ਼ ਕਰ ਸਕਦੇ ਹਾਂ ਟੂ ਮੇਡ ਦਾ ਟੇਲਰ ਮੇਡ ਪਲਾਂਟਸ। ਟੇਲਰ ਮੇਡ ਪਲਾਂਟਸ ਕੀ ਹੁੰਦੇ ਆ? ਟੇਲਰ ਮੇਡ ਪਲਾਂਟਸ ਉਹ ਹੁੰਦੇ ਆ ਜਿਹੜੇ ਅਸੀਂ ਸਪੈਸੀਫਿਕ ਪਰਪਸ ਦੇ ਲਈ ਆਪਣੇ ਅਕੋਰਡਿੰਗਲੀ ਮੋਡੀਫਾਈ ਕਰ ਲਈ। ਇਧਰ ਅਸੀਂ ਪਲਾਂਟ ਨੂੰ ਡਿਜ਼ੀਜ਼ ਰੈਜ਼ਿਸਟੈਂਟ ਬਣਾ ਲਿਆ, ਜਾਂ ਅਸੀਂ ਪਲਾਂਟ ਨੂੰ ਕੋਈ ਸਪੈਸੀਫਿਕ ਪ੍ਰੋਡਕਟ ਪ੍ਰੋਡਿਊਸ ਕਰਨ ਦੇ ਲਈ, ਕੋਈ ਸਟਾਰਚ ਪ੍ਰੋਡਿਊਸ ਕਰਨ ਦੇ ਲਈ, ਕੋਈ ਜਿਹੜਾ ਹੈਗਾ ਫਾਰਮਾਸਿਊਟੀਕਲ ਯੂਜ਼ ਦਾ ਪ੍ਰੋਡਕਟ ਪ੍ਰੋਡਿਊਸ ਕਰਨ ਦੇ ਲਈ ਅਸੀਂ ਆਪਣੇ ਪਲਾਂਟ ਨੂੰ ਜੇ ਮੋਡੀਫਾਈ ਕਰ ਲਿਆ, ਦੋਜ਼ ਪਲਾਂਟਸ ਆਰ ਕਾਲਡ ਟੇਲਰ ਮੇਡ ਪਲਾਂਟਸ, मतलब कि स्पैसीफिकली ਅਸੀਂ ਪਲਾਂਟਸ ਨੂੰ ਮੋਡੀਫਾਈ ਕਰ ਲਿਆ। ਸੋ ਇਹ ਸਾਰੀਆਂ ਐਡਵਾਂਟੇजेस ਹੈਗੀਆਂ ਨੇ ਜੈਨੇਟਿਕ ਮੋਡੀਫਿਕੇਸ਼ਨ ਆਫ ਪਲਾਂਟਸ ਦੀਆਂ। ਆਪਣਾ ਬੇਟਾ ਜੋ ਹੈਗਾ ਨੈਕਸਟ, ਮੈਂ ਤੁਹਾਨੂੰ ਇਸ ਦੇ ਵਿੱਚ ਦੋ ਪੁਆਇੰਟਸ ਨੂੰ ਜਿਹੜਾ ਹੈਗਾ ਡਿਟੇਲ ਦੇ ਵਿੱਚ ਪੜਾਉਣ ਵਾਲਾ ਹੈ। ਇਸ ਦੇ ਵਿੱਚ ਬੇਟਾ ਜਿਹੜੇ ਦੋਨੋਂ ਪੁਆਇੰਟਸ ਨੇ ਉਹ ਇਸ ਸੈਕੰਡ ਜਿਹੜਾ ਹੈਗਾ ਇਸ ਦੇ ਅਰਾਊਂਡ ਘੁੰਮਣਗੀਆਂ। ਦੋਨੋਂ ਐਗਜ਼ਾਮਪਲਸ ਇਸ ਦੇ ਅਰਾਊਂਡ ਹੈਗੀਆਂ ਨੇ। ਪੈਸਟ ਰੈਜ਼ਿਸਟੈਂਟ ਕ੍ਰੌਪਸ ਜਿਹੜੀਆਂ ਉਹ ਪ੍ਰੋਡਿਊਸ ਕਰਨੀਆਂ ਨੇ ਸੋ ਦੈਟ ਕੈਮੀਕਲ ਪੈਸਟੀਸਾਈਡਸ ਦੀ ਜ਼ਰੂਰਤ ਨਾ ਪਵੇ। ਤਾਂ ਇਸ ਦੇ ਲਈ ਬੇਟਾ ਐਗਜ਼ਾਮਪਲਸ ਨੇ। ਸਭ ਤੋਂ ਪਹਿਲੀ ਐਗਜ਼ਾਮਪਲ ਆਪਣੇ ਕੋਲੇ ਹੈ ਪੈਸਟ ਰੈਜ਼ਿਸਟੈਂਸ ਪਲਾਂਟਸ ਵਿੱਚ ਬੀਟੀ ਕਾਟਨ ਵਾਲੀ। ਪੈਸਟ ਰੈਜ਼ਿਸਟੈਂਟ ਪਲਾਂਟਸ ਜਿਹੜੀਆਂ ਬਾਇਓ ਪੈਸਟੀਸਾਈਡਸ ਦੀ ਫਾਰਮ ਦੇ ਵਿੱਚ ਐਕਟ ਕਰਦੀਆਂ। ਮਤਲਬ ਕੀ ਹੈ ਇਸ ਦਾ ਪੈਸਟ ਰੈਜ਼ਿਸਟੈਂਸ? ਜਿਵੇਂ ਫਸਲਾਂ ਨੇ, ਜਿਵੇਂ ਮੰਨ ਲਓ ਕਾਟਨ ਹੈ, ਕਾਟਨ ਦੇ ਉੱਤੇ ਬੇਟਾ ਸੁੰਡੀ ਪੈਂਦੀ ਹੈ, ਆਪਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਮ ਕਹਿ ਦਿੰਦੇ ਆ। ਜੇ ਆਪਾਂ ਵੈਸੇ ਗੱਲ ਕਰੀਏ ਜਿਵੇਂ ਕੈਟਰਪਿਲਰ ਹੁੰਦੇ ਆ, ਕਈ ਡੈਪਟਰਨਸ ਹੁੰਦੇ ਆ, ਮੱਖੀਆਂ ਕਈ ਵਾਰੀ ਪੈ ਜਾਂਦੀਆਂ ਨੇ ਨਾ, ਕੋਲਿਓਪਟਰਾ ਜਿਹੜਾ ਹੈਗਾ ਉਹਦੀਆਂ ਪੈ ਜਾਂਦੀਆਂ ਨੇ ਆਪਣੇ ਕੋਲੇ, ਕੈਟਰਪਿਲਰਸ ਹੁੰਦੀਆਂ ਨੇ ਜਿਹੜੀਆਂ ਸੁੰਡੀਆਂ ਹੁੰਦੀਆਂ ਜਿਹੜੀਆਂ ਫਸਲਾਂ ਨੂੰ ਖਰਾਬ ਕਰ ਦਿੰਦੀਆਂ ਨੇ। ਤਾਂ ਇਹੋ ਜਿਹੇ ਪੈਸਟ ਹੈਗੇ ਆ ਜਿਹੜੇ ਇਹਨਾਂ ਕ੍ਰੌਪਸ ਨੂੰ ਖਾ ਜਾਂਦੇ ਆ, ਇਹਨਾਂ ਦੇ ਪੱਤਿਆਂ ਨੂੰ ਖਾ ਜਾਂਦੇ ਆ। ਜਦੋਂ ਇਹਨਾਂ ਦੇ ਪੱਤੇ ਹੀ ਖਤਮ ਹੋ ਜਾਣਗੇ, ਪਲਾਂਟ ਪ੍ਰੋਪਰ ਫੋਟੋਸਿੰਥੇਸਿਸ ਨਹੀਂ ਕਰ ਪਾਊਗਾ, ਤਾਂ ਪੂਰਾ ਦਾ ਪੂਰਾ ਪਲਾਂਟ ਜਿਹੜਾ ਡੈਡ ਹੋ ਸਕਦਾ ਹੈ। ਬਟ ਜੇ ਅਸੀਂ ਕੁਝ ਇਸ ਤਰ੍ਹਾਂ ਦਾ ਕਰ ਦਈਏ, ਇਸ ਪਲਾਂਟ ਦੇ ਜੈਨੇਟਿਕ ਮੇਕਅਪ ਨੂੰ ਕੁਝ ਇਸ ਤਰੀਕੇ ਨਾਲ ਚੇਂਜ ਕਰ ਦਈਏ ਕਿ ਇਹਦੇ ਉੱਤੇ ਬੇਟਾ ਇਹ ਜਿਹੜੇ ਪੈਸਟ ਹੈਗੇ ਆ, ਮਤਲਬ ਕਿ ਜਿਹੜੇ ਕੈਟਰਪਿਲਰ ਹੈਗੇ, ਇਹਨਾਂ ਦਾ ਕੋਈ ਇਫੈਕਟ ਹੀ ਨਾ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਵੀ ਹੈਵ ਪ੍ਰੋਡਿਊਸਡ ਪੈਸਟ ਰੈਜ਼ਿਸਟੈਂਟ ਪਲਾਂਟਸ। ਇਟ ਰਿਡਿਊਸਸ ਦਾ ਨੀਡ ਫॉर ਇਨਸੈਕਟੀਸਾਈਡਸ। ਸਾਨੂੰ ਇਨਸੈਕਟੀਸਾਈਡ ਸਪਰੇ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਕਿਉਂਕਿ ਪਲਾਂਟ ਤਾਂ ਆਟੋਮੈਟਿਕਲੀ ਰੈਜ਼ਿਸਟੈਂਟ ਹੋ ਗਿਆ। ਐਗਜ਼ਾਮਪਲਸ ਕਿਹੜੀਆਂ ਨੇ? ਜਿਵੇਂ ਬੀਟੀ ਕਾਟਨ ਹੈ, ਬੀਟੀ ਕਾਰਨ ਹੈ, ਬੀਟੀ ਰਾਈਸ ਹੈ, ਬੀਟੀ ਟੋਮੈਟੋ ਹੈ, ਬੀਟੀ ਪੋਟੈਟੋ ਹੈ, ਬੀਟੀ ਸੋਇਆਬੀਨ ਹੈ, ਬੀਟੀ ਬ੍ਰਿੰਜਲ ਹੈ। ਸੋ ਅਸੀਂ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਇਹ ਮੋਡੀਫਾਈ ਕੀਤੇ। ਵਟ ਇਜ਼ ਦਾ ਮੀਨਿੰਗ ਆਫ ਦਿਸ ਵਰਡ ਬੀਟੀ? ਬੀਟੀ ਦਾ ਕੀ ਮਤਲਬ ਹੈਗਾ? ਬੀਟੀ ਦਾ ਮਤਲਬ ਕੀ ਹੈ ਬੇਟਾ? ਆਪਣੇ ਕੋਲ ਇੱਕ ਨਾ ਬੈਕਟੀਰੀਆ ਹੈ ਬੈਸੀਲਸ ਥੁਰਿੰਜੈਂਸਿਸ। ਇਹ ਜਿਹੜਾ ਬੈਕਟੀਰੀਆ ਹੈ, ਇੱਥੋਂ ਅਸੀਂ ਜਿਹੜਾ ਹੈਗਾ ਬੇਟਾ ਟਰਮ ਲਈ ਹੈ, ਇੱਥੋਂ ਇਹ ਨਾਮ ਲਿਆ ਅਸੀਂ BT, ਬੈਸੀਲਸ ਥੁਰਿੰਜੈਂਸਿਸ। ਇੱਕ ਬੈਕਟੀਰੀਆ ਹੈਗਾ। ਹੁਣ ਇਸ ਬੈਕਟੀਰੀਆ ਦਾ ਜੈਨੇਟਿਕ ਮੇਕਅਪ ਇਹੋ ਜਿਹਾ ਹੈਗਾ ਕਿ ਇਹਦੇ DNA ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਿਊਕਲੀਓਟਾਈਡਸ ਹੈਗੇ ਆ, ਇਹੋ ਜਿਹੇ ਨਿਊਕਲੀਓਟਾਈਡਸ ਦੀ ਸੀਕੁਐਂਸ ਹੈਗੀ ਹੈ ਕਿ ਉਹ ਕੁਝ ਸਪੈਸੀਫਿਕ ਪ੍ਰੋਟੀਨਸ ਵਾਸਤੇ ਕੋਡ ਕਰ ਰਹੇ ਆ, ਤੇ ਜਿਹੜੇ ਉਹ ਸਪੈਸੀਫਿਕ ਪ੍ਰੋਟੀਨਸ ਹੈਗੇ ਆ ਉਹ ਬੇਟਾ ਪੋਇਜ਼ਨਸ ਹੈਗੇ ਆ, ਉਹ ਇਨਸੈਕਟਸ ਨੂੰ ਮਾਰ ਸਕਦੇ। ਕਿਹੜੇ ਇਨਸੈਕਟਸ ਨੂੰ? ਕੋਲਿਓਪਟਰਨਸ ਨੂੰ। ਜਿਵੇਂ ਕੋਲਿਓਪਟਰਾ ਦੇ ਵਿੱਚ ਬੀਟਲਸ ਆ ਜਾਂਦੀਆਂ ਨੇ, ਲੈਪੀਡੋਪਟਰਾ ਦੇ ਵਿੱਚ ਬਰਡ ਵਰਮਸ ਆ ਜਾਂਦੇ ਆ, ਆਰਮੀ ਵਰਮਸ ਆ ਜਾਂਦੇ ਆ, ਡਾਇਪਟਰਨਸ ਦੇ ਵਿੱਚ ਫਲਾਈਜ਼ ਆ ਜਾਂਦੀਆਂ, ਮੋਸਕੀਟੋ ਆ ਜਾਂਦੇ ਆ। ਆਪਾਂ ਆਰਥਰੋਪੋਡਾ ਪੜ੍ਹਦੇ ਹਾਂ ਨਾ ਜੀ, ਸਾਰੇ ਆਪਣੇ ਕੋਲੇ ਬੇਟਾ ਜਿਹੜੇ ਜੁਆਇੰਟ ਅਪੈਂਡੇਜਸ ਵਾਲੇ ਆਰਗੈਨਿਜ਼ਮਸ ਆ ਜਾਂਦੇ ਆ। ਆਰਥਰੋਪੋਡਾ ਦੇ ਵਿੱਚ ਇੱਕ ਕਲਾਸ ਪੜ੍ਹਦੇ ਹਾਂ ਅਸੀਂ ਇਨਸੈਕਟ ਆ ਜੀ, ਸਾਰੇ ਇਨਸੈਕਟਸ ਆ ਜਾਂਦੇ ਆ ਜਿਨ੍ਹਾਂ ਕੋਲ 3 ਪੇਅਰ ਆਫ ਲੈਗਸ ਹੁੰਦੇ ਆ, ਤੇ ਸਾਰੀਆਂ ਇਨਸੈਕਟਾਂ ਦੇ ਵਿੱਚ ਹੀ ਆਉਂਦੇ ਆ ਬੇਟਾ। ਇਹ ਲੈਪੀਡੋਪਟਰਾ, ਕੋਲਿਓਪਟਰਾ, ਡਾਇਪਟਰਾ, ਇਹ ਸਾਰੇ ਇਸ ਦੇ ਵਿੱਚ ਹੀ ਆਉਂਦੇ। ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਆਰਗੈਨਿਜ਼ਮਸ ਹੁੰਦੇ ਆ। ਕੋਲਿਓਪਟਰਾ ਦੇ ਵਿੱਚ ਬੀਟਲਸ ਆ ਜਾਂਦੀਆਂ, ਲੈਪੀਡੋਪਟਰਨਸ ਦੇ ਵਿੱਚ ਜਿਵੇਂ ਆਪਣੀਆਂ ਇਹ ਆ ਜਾਂਦੇ ਆ, ਜਿਵੇਂ ਬਟਰਫਲਾਈ ਆ ਗਈ ਜਾਂ ਜਿਹੜੇ ਮੌਥਸ ਵਗੈਰਾ ਆ ਗਈਆਂ। ਸੋ ਇਹਨਾਂ ਦੇ ਜਿਹੜੇ ਬਰਡ ਵਰਮ ਨੇ, ਇਹਨਾਂ ਦੇ ਕੈਟਰਪਿਲਰ ਜਿਹੜੇ ਇਹਨਾਂ ਦੇ ਲਾਰਵਾ ਹੈਗੇ ਨੇ ਉਹ ਨੇ। ਡਾਇਪਟਰਾ ਦੇ ਵਿੱਚ ਬੇਟਾ ਆਪਣੇ ਕੋਲੇ 2 ਵਿੰਗਸ ਵਾਲੀਆਂ ਜਿਵੇਂ ਫਲਾਈਜ਼, ਮੋਸਕੀਟੋ ਵਗੈਰਾ ਆ ਜਾਂਦੇ ਆ। ਇਹ ਸਾਰੇ ਜਿਹੜੇ ਸਾਡੀਆਂ ਕ੍ਰੌਪਸ ਨੂੰ ਖਰਾਬ ਕਰਦੇ ਆ। ਹੁਣ ਬੈਸੀਲਸ ਥੁਰਿੰਜੈਂਸਿਸ ਜਿਹੜਾ ਬੈਕਟੀਰੀਆ ਹੈਗਾ, ਇਸ ਬੈਕਟੀਰੀਆ ਨੇ ਕੁਝ ਇਹੋ ਜਿਹੇ ਪ੍ਰੋਟੀਨਸ ਪ੍ਰੋਡਿਊਸ ਕਰਨੇ ਆ ਜਿਹੜੇ ਪ੍ਰੋਟੀਨਸ ਇਹਨਾਂ ਸਾਰੇ ਇਨਸੈਕਟਸ ਨੂੰ ਕਿਲ ਕਰ ਸਕਦੇ ਆ। ਬਟ ਹੁਣ ਕੁਐਸਚਨ ਇਹ ਹੈ ਕਿ ਇਹ ਪ੍ਰੋਟੀਨ ਤਾਂ ਬੈਸੀਲਸ ਥੁਰਿੰਜੈਂਸਿਸ ਬੈਕਟੀਰੀਆ ਨੇ ਪ੍ਰੋਡਿਊਸ ਕਰਨਾ ਹੈ। ਕਿਉਂ ਨਾ ਅਸੀਂ ਕੁਝ ਇਸ ਤਰੀਕੇ ਨਾਲ ਕਰ ਦਈਏ
ਅਸੀਂ ਜੈਨੇਟਿਕ ਮੋਡੀਫਿਕੇਸ਼ਨ ਕੁਝ ਇਸ ਤਰੀਕੇ ਨਾਲ ਕਰ ਦਈਏ ਕਿ ਬੈਸਿਲਸ thuringiensis ਦੀ ਉਸ ਨਿਊਕਲੀਓਟਾਈਡ ਸੀਕੁਐਂਸ ਨੂੰ ਰੈਕੋਗਨਾਈਜ਼ ਕਰ ਲਈਏ, ਉਸ ਡੀਐਨਏ ਸੈਗਮੈਂਟ ਨੂੰ ਰੈਕੋਗਨਾਈਜ਼ ਕਰ ਲਈਏ, ਉਸ ਪਾਰਟਿਕੂਲਰ ਜੀਨ ਨੂੰ ਰੈਕੋਗਨਾਈਜ਼ ਕਰ ਲਈਏ ਜਿਹੜਾ ਇਹ ਪ੍ਰੋਟੀਨ ਪ੍ਰੋਡਿਊਸ ਕਰਦਾ ਹੈ। ਦੈਨ ਉਸ ਜੀਨ ਨੂੰ ਐਕਸਟ੍ਰੈਕਟ ਕਰ ਲਈਏ, ਫਿਰ ਇਸ ਨੂੰ ਵੈਕਟਰ ਦੇ ਨਾਲ ਕੰਬਾਈਨ ਕਰ ਲਈਏ, ਵੈਕਟਰ ਦੇ ਨਾਲ ਕੰਬਾਈਨ ਕਰਕੇ ਰਿਕੰਬੀਨੈਂਟ ਡੀਐਨਏ ਬਣਾ ਲਈਏ ਤੇ ਇਸ ਰਿਕੰਬੀਨੈਂਟ ਡੀਐਨਏ ਨੂੰ ਕਾਟਨ ਦੇ ਵਿੱਚ ਇੰਟਰੋਡਿਊਸ ਕਰ ਲਈਏ। ਮੀਨਸ ਕਾਟਨ ਜਿਹੜਾ ਪਲਾਂਟ ਹੈਗਾ ਉਸ ਕਾਟਨ ਦੇ ਕੋਲੇ ਇਹ ਨੈਚੁਰਲੀ ਜੀਨ ਪ੍ਰੈਜ਼ੈਂਟ ਨਹੀਂ ਹੈਗਾ ਇਹ ਪ੍ਰੋਟੀਨਸ ਪ੍ਰੋਡਿਊਸ ਕਰਨ ਵਾਲਾ, ਬਟ ਅਸੀਂ ਇਹ ਜੀਨ ਕਿੱਥੋਂ ਲੈ ਲਿਆ? ਬੈਸਿਲਸ thuringiensis ਤੋਂ ਲੈ ਲਾਂਗੇ। ਉਸ ਜੀਨ ਨੂੰ ਅਸੀਂ ਬੇਟਾ ਜੈਨੇਟਿਕ ਮੋਡੀਫਿਕੇਸ਼ਨ ਦੇ ਨਾਲ ਰਿਕੰਬੀਨੈਂਟ ਡੀਐਨਏ ਬਣਾ ਕੇ ਇਸ ਰਿਕੰਬੀਨੈਂਟ ਡੀਐਨਏ ਨੂੰ ਟ੍ਰਾਂਸਫਰ ਕਰ ਦਾਂਗੇ ਕਾਟਨ ਦੇ ਵਿੱਚ, ਐਂਡ ਨਾਓ ਦਿਸ ਕਾਟਨ ਇਜ਼ ਕਾਲਡ BT ਕਾਟਨ। ਹੁਣ ਇਸ ਕਾਟਨ ਦੇ ਵਿੱਚ ਉਹ ਜੀਨਸ ਹੈਗੇ ਆ, ਉਹ ਜੀਨਸ ਐਕਸਪ੍ਰੈਸ ਕਰਨਗੇ। ਜਦੋਂ ਜੀਨਸ ਐਕਸਪ੍ਰੈਸ ਕਰਨਗੇ ਤਾਂ ਉਹ ਕੀ ਹੈ? ਪ੍ਰੋਟੀਨਸ ਪ੍ਰੋਡਿਊਸ ਕਰਨਗੇ। ਪ੍ਰੋਟੀਨਸ ਕੀ ਨੇ? ਟੌਕਸਿਨਸ ਨੇ, BT ਟੌਕਸਿਨਸ ਹੈਗੀਆਂ ਨੇ। ਉਹ ਟੌਕਸਿਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਟੌਕਸਿਨਸ ਨੂੰ ਹੁਣ ਜਿਹੜੀਆਂ ਇਹ ਕਾਟਨ ਦੇ ਪੱਤਿਆਂ ਦੇ ਵਿੱਚੋਂ ਟੌਕਸਿਨਸ ਆ ਗਈਆਂ, ਜਿਹੜੀ ਕੈਟਰਪਿਲਰ ਹੈ, ਜਿਹੜੀ ਸੁੰਡੀ ਹੈ ਜਾਂ ਜਿਵੇਂ ਆਹ ਖਾ ਰਿਹਾ ਹੈ ਇਸ ਨੂੰ, ਤਾਂ ਹੁਣ ਬੇਟਾ ਇਹ ਜਦੋਂ ਕੈਟਰਪਿਲਰ ਜਾਂ ਜਿਹੜਾ ਵੀ ਕੋਈ ਇਨਸੈਕਟ ਹੈਗਾ ਉਹ ਪਲਾਂਟ ਨੂੰ ਖਾਊਗਾ, ਕ੍ਰੌਪ ਨੂੰ ਖਾਊਗਾ, ਤਾਂ ਨੈਚੁਰਲ ਜੀ ਗੱਲ ਹੈ ਕਿ ਇਹ ਪ੍ਰੋਟੀਨਸ ਉਸ ਦੀ ਬਾਡੀ ਦੇ ਵਿੱਚ ਚਲੇ ਜਾਣਗੇ ਇਨਸੈਕਟਸ ਦੇ ਵਿੱਚ। ਇਹ ਪ੍ਰੋਟੀਨਸ ਕੀ ਨੇ? ਟੌਕਸਿਕ ਨੇ। ਕਿਹਨਾਂ ਦੇ ਲਈ? ਇਹਨਾਂ ਇਨਸੈਕਟਸ ਦੇ ਲਈ। ਦੈਟਸ ਵਾਈ ਇਹਨਾਂ ਸਾਰੇ ਇਨਸੈਕਟਸ ਨੂੰ ਕਿਲ ਕਰ ਦੇਣਗੇ, ਇਨਸੈਕਟਸ ਆਟੋਮੈਟਿਕਲੀ ਮਰ ਜਾਣਗੇ, ਸਾਨੂੰ ਕੋਈ ਵੀ ਸਪਰੇ ਕਰਨ ਦੀ ਜ਼ਰੂਰਤ ਨਹੀਂ ਪੈਣੀ। ਮਤਲਬ ਅਸੀਂ ਆਪਣੀ ਕਾਟਨ ਨੂੰ ਇਸ ਤਰੀਕੇ ਨਾਲ ਮੋਡੀਫਾਈ ਕਰ ਲਿਆ ਬੇਟਾ ਕਿ ਕਾਟਨ ਦੇ ਪੱਤੇ ਖਾ ਕੇ ਉਹ ਸੁੰਡੀਆਂ ਆਪਣੇ ਆਪ ਹੀ ਮਰ ਜਾਣਗੀਆਂ। ਜਿਹੜੀਆਂ ਸਾਡੇ ਵਾਸਤੇ ਹਾਰਮਫੁਲ ਸੀ, ਜਿਹੜੇ ਸਾਡੇ ਪੈਸਟ ਸੀ, ਉਹਨਾਂ ਪੈਸਟ ਨੂੰ ਮਾਰਨ ਵਾਸਤੇ ਕੋਈ ਇਨਸੈਕਟੀਸਾਈਡ ਸਪਰੇ ਨਹੀਂ ਕਰਨਾ ਪੈਣਾ, ਉਹਦੇ ਪੱਤੇ ਅਸੀਂ ਟੌਕਸਿਕ ਕਰਤੇ, ਉਹਨਾਂ ਟੌਕਸਿਕ ਨੂੰ ਖਾ ਕੇ ਉਹ ਆਪਣੇ ਆਪ ਹੀ ਜਿਹੜੇ ਇਨਸੈਕਟਸ ਮਰ ਜਾਣਗੇ। ਬਟ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਜੇ ਥੋੜਾ ਜਿਹਾ ਇਸ ਨੂੰ ਸੋਚਿਆ ਜਾਵੇ ਕਿ ਬੈਸਿਲਸ thuringiensis ਬੈਕਟੀਰੀਆ ਹੈਗਾ, ਉਸ ਬੈਕਟੀਰੀਆ ਕੋਲੇ ਇਹੋ ਜਿਹਾ ਜੀਨ ਹੈ ਜਿਹੜਾ ਟੌਕਸਿਨਸ ਪ੍ਰੋਡਿਊਸ ਕਰ ਰਿਹਾ ਹੈ। ਕਿਹੜੀਆਂ ਟੌਕਸਿਨਸ ਪ੍ਰੋਡਿਊਸ ਕਰ ਰਿਹਾ ਹੈ? BT ਟੌਕਸਿਨਸ ਪ੍ਰੋਡਿਊਸ ਕਰ ਰਿਹਾ ਹੈ। ਤਾਂ ਜੇ BT ਟੌਕਸਿਨਸ ਪ੍ਰੋਡਿਊਸ ਕਰ ਰਿਹਾ ਹੈ ਤਾਂ ਇਹਦੇ ਨਾਲ ਫਿਰ ਬੈਕਟੀਰੀਆ ਆਪ ਕਿਉਂ ਨਹੀਂ ਮਰਦਾ ਬਈ? ਬੈਕਟੀਰੀਆ ਦੀ ਬਾਡੀ ਦੇ ਵਿੱਚ ਟੌਕਸਿਨਸ ਪ੍ਰੋਡਿਊਸ ਹੋਏ ਹੈ, ਇਹਦਾ ਮਤਲਬ ਜਿਹੜੇ ਇਹ ਟੌਕਸਿਨਸ ਨੇ ਥੀਸ ਮਸਟ ਕਿਲ ਦਾ ਬੈਕਟੀਰੀਆ ਆਲਸੋ, ਬਟ ਬੈਕਟੀਰੀਆ ਦੇ ਨਾਲ ਕਦੇ ਵੀ ਨਹੀਂ ਮਰਦਾ। ਇਹਦਾ ਰੀਜ਼ਨ ਹੈ, ਉਹਦਾ ਰੀਜ਼ਨ ਕੀ ਹੈ? ਕਿਉਂਕਿ ਇਹ ਜਿਹੜੇ ਪ੍ਰੋਟੀਨਸ ਹੈਗੇ ਆ ਨਾ, ਪ੍ਰੋਟੀਨ ਦੇ ਜਿਹੜੇ ਕ੍ਰਿਸਟਲਸ ਹੈਗੇ ਆ, ਇਹ ਇਨਐਕਟਿਵ ਪ੍ਰੋਟੋਟੌਕਸਿਨ ਦੀ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਬੈਕਟੀਰੀਆ ਦੇ ਵਿੱਚ। ਹੁਣ ਜਦੋਂ ਪਲਾਂਟ ਦੀ ਗੱਲ ਕਰਦੇ ਆ ਤਾਂ ਉੱਥੇ ਆ ਗਏ, ਉੱਥੇ ਵੀ ਉਹ ਇਨਐਕਟਿਵ ਪ੍ਰੋਟੋਟੌਕਸਿਨ ਦੀ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੈ ਪਲਾਂਟ ਦੇ ਵਿੱਚ। ਬਟ ਜਿਵੇਂ ਹੀ ਇਨਸੈਕਟ ਦੀ ਬਾਡੀ ਦੇ ਵਿੱਚ ਜਾਣਗੇ, ਇਨਸੈਕਟ ਦੀ ਜਿਹੜੀ ਗੱਟ ਹੈਗੀ ਹੈ, ਇਨਸੈਕਟ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ, ਉਹਦੇ ਡਾਈਜੈਸਟਿਵ ਸਿਸਟਮ ਦੀ ਜਿਹੜੀ ਪੀਐਚ ਹੈ ਦੈਟ ਇਜ਼ ਐਲਕੇਲਾਈਨ। ਐਲਕੇਲਾਈਨ ਪੀਐਚ ਦੇ ਵਿੱਚ ਇਹ ਇਨਐਕਟਿਵ ਪ੍ਰੋਟੋਟੌਕਸਿਨ ਐਕਟਿਵ ਹੋ ਜਾਂਦਾ ਹੈ। ਜਦੋਂ ਐਕਟੀਵੇਟ ਹੋ ਜਾਂਦਾ ਹੈ ਦੈਨ ਇਹ ਇਨਸੈਕਟ ਨੂੰ ਕਿਲ ਕਰ ਦਿੰਦਾ। ਹੁਣ ਇਨਸੈਕਟ ਨੂੰ ਕਿਲ ਕਿਵੇਂ ਕਰਦਾ ਹੈ? ਇਹਦਾ ਵੀ ਜਿਹੜਾ ਹੈਗਾ ਕੁਐਸਚਨ ਬਣਦਾ ਹੈ। ਸਮਝਣ ਵਾਲੀ ਗੱਲ ਹੈਗੀ ਹੈ, ਇਹ ਪੂਰਾ ਕਨਸੈਪਚੁਅਲ ਹੈਗਾ, ਇਹ ਸਮਝਣ ਵਾਲੀ ਚੀਜ਼ ਹੈ। ਵੈਨ ਐਨ ਇਨਸੈਕਟ ਇੰਜੈਸਟਸ ਦਾ ਇਨਐਕਟਿਵ ਟੌਕਸਿਨ, ਜਦੋਂ ਇਨਸੈਕਟ ਇਸ ਇਨਐਕਟਿਵ ਟੌਕਸਿਨ ਨੂੰ ਇੰਜੈਸਟ ਕਰੂਗਾ, ਖਾ ਜੂਗਾ, ਦਿਸ ਇਜ਼ ਕਨਵਰਟਡ ਇਨਟੂ ਐਕਟਿਵ ਟੌਕਸਿਨ ਡਿਊ ਟੂ ਐਲਕੇਲਾਈਨ ਪੀਐਚ ਆਫ ਦਾ ਗਟ। ਉਹਦੀ ਗਟ ਦੀ ਪੀਐਚ ਐਲਕੇਲਾਈਨ ਹੈ, ਐਲਕੇਲਾਈਨ ਪੀਐਚ ਹੋਣ ਕਰਕੇ ਐਕਟੀਵੇਟ ਹੋ ਜੂਗਾ। ਇਹ ਟੌਕਸਿਨ ਜਿਹੜਾ ਹੈਗਾ ਨਾਓ ਦਿਸ ਵਿਲ ਬਾਈਂਡ ਟੂ ਦਾ ਮਿਡਗਟ ਐਪੀਥੀਲੀਅਲ ਸੈਲਸ। ਉਸ ਦੀ ਜਿਹੜੀ ਮਿਡਗਟ ਹੈ, ਜਿਵੇਂ ਇਸਨੇ ਇੰਜੈਸਟ ਕੀਤਾ, ਇੱਥੇ ਆ ਗਿਆ, ਸੋਲੂਬਲਾਈਜੇਸ਼ਨ ਦੇ ਨਾਲ ਐਕਟੀਵੇਟ ਹੋ ਗਿਆ। ਐਕਟੀਵੇਟ ਹੋਣ ਤੋਂ ਬਾਅਦ ਦਿਸ ਵਿਲ ਕੰਬਾਈਨ ਟੂ ਦਾ ਐਪੀਥੀਲੀਅਮ ਆਫ ਦਾ ਮਿਡਗਟ ਤੇ ਉਹਦੇ ਵਿੱਚ ਪੋਰਸ ਕ੍ਰੀਏਟ ਕਰ ਦੂਗਾ। ਜਦੋਂ ਐਪੀਥੀਲੀਅਮ ਦੇ ਵਿੱਚ ਪੋਰਸ ਕ੍ਰੀਏਟ ਹੋ ਜਾਣਗੇ, ਸੈਲਸ ਦੀ ਸਵੈਲਿੰਗ ਹੋ ਜੂਗੀ ਐਂਡ ਦਿਸ ਵਿਲ ਅਲਟੀਮੇਟਲੀ ਕਾਜ਼ ਦਾ ਡੈਥ ਆਫ ਇਨਸੈਕਟ। ਇਸ ਦੇ ਨਾਲ ਇਸ ਇਨਸੈਕਟ ਦੀ ਕੀ ਹੋ ਜਾਣੀ ਹੈ? ਡੈਥ ਹੋ ਜਾਣੀ ਹੈ। ਸੋ ਇਹ ਜਿਹੜਾ ਹੈਗਾ ਬੇਟਾ ਇਨ ਦਿਸ ਵੇ ਇਹ ਇਨਸੈਕਟ ਦੀ ਡੈਥ ਕਾਜ਼ ਕਰਦਾ ਹੈ। ਇਹ ਵੀ ਕੁਐਸਚਨ ਹੈ, ਬਹੁਤ ਵਾਰੀ ਪੁੱਛਿਆ ਜਾਂਦਾ ਹੈ, ਹਾਊ ਡਜ਼ BT ਟੌਕਸਿਨ ਕਾਜ਼ਸ ਦਾ ਡੈਥ ਆਫ ਇਨਸੈਕਟ? ਜੋ ਸਕਰੀਨ ਦੇ ਉੱਤੇ ਆ ਰਿਹਾ ਹੈ ਇਹ ਇਸ ਦਾ ਆਨਸਰ ਹੈਗਾ ਬੇਟਾ, ਇਸ ਦਾ ਪ੍ਰੋਪਰ ਕੁਐਸਚਨ ਦਾ ਆਨਸਰ। ਹਾਂਜੀ, ਸੋ ਇਸ ਤੋਂ ਨੈਕਸਟ ਜਿਹੜੀ ਹੈਗੀ ਹੈ ਬੇਟਾ, ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਜੀਨਸ ਹੈਗੇ ਆ ਇਹ BT ਟੌਕਸਿਨ ਜੀਨਸ ਜਿਹੜੇ ਆ, these are isolated from bacteria Bacillus thuringiensis and these are incorporated into the plant such as cotton। ਇਹ 'ਚ ਇਨਕਾਰਪੋਰੇਟ ਕਰਤੇ। ਜ਼ਿਆਦਾਤਰ ਜਿਹੜੀਆਂ BT ਟੌਕਸਿਨਸ ਨੇ ਉਹ ਇਨਸੈਕਟ ਗਰੁੱਪ ਸਪੈਸੀਫਿਕ ਹੁੰਦੀਆਂ ਕਿ ਕਿਹੜੇ ਇਨਸੈਕਟਸ ਨੇ ਉਹਨੂੰ ਖਾਣਾ ਹੈ। ਟੌਕਸਿਨ ਦਿਸ ਇਜ਼ ਕਾਲਡ ਬਾਈ ਜੀਨ CRY1AC, ਇਸ ਨੂੰ ਆਪਾਂ CRY ਕਰਾਈ ਜੀਨ ਬੋਲ ਦਿੰਦੇ ਹਾਂ। ਤੇ ਪ੍ਰੋਟੀਨਸ ਜਿਹੜੇ ਹੈਗੇ ਨੇ ਬੇਟਾ ਇਨਕੋਡਡ ਬਾਈ ਜੀਨਸ, ਜਿਹੜੇ ਇਹਨਾਂ ਦੇ ਹੈਗੇ ਆ ਉਹ ਕਿਹੜੇ ਕਿਹੜੇ ਪ੍ਰੋਟੀਨਸ ਨੇ, ਜਿਵੇਂ ਆਪਣੇ ਕੋਲੇ CRY1AC ਹੈ, CRY2AB ਹੈ। ਇਹ ਕਾਟਨ ਵਾਲ ਵਰਮਸ ਨੂੰ ਕੰਟਰੋਲ ਕਰਦੇ ਆ।
ਤਾਂ ਇਸ ਨੂੰ ਬੇਟਾ ਜੇ ਤਾਂ ਇਸ ਤਰੀਕੇ ਨਾਲ ਲਿਖਿਆ ਜਾਂਦਾ ਤੇ ਜੀਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਪ੍ਰੋਡਿਊਸ ਹੋਣ ਵਾਲਾ ਜਿਹੜਾ ਪ੍ਰੋਟੀਨ ਹੈ CRY ਜਿਹੜਾ ਹੈਗਾ ਪ੍ਰੋਟੀਨ ਹੈ ਉਹ ਟੌਕਸਿਨ ਹੈ, ਪ੍ਰੋਟੋਟੌਕਸਿਨ ਦੀ ਫਾਰਮ ਦੇ ਵਿੱਚ ਉਹ ਪ੍ਰੋਟੀਨ ਜਿਹੜਾ ਹੈਗਾ ਉਹ ਪ੍ਰੋਡਿਊਸ ਹੁੰਦਾ ਹੈ। ਸੋ ਇੱਕ ਐਗਜ਼ਾਮਪਲ ਹੈ BT ਕਾਟਨ ਦੀ। ਇਸੇ ਐਗਜ਼ਾਮਪਲ ਦੇ ਨਾਲ ਰਿਲੇਟਡ ਬੇਟਾ ਮੈਂ ਤੁਹਾਡੇ ਨਾਲ ਇੱਕ MCQ ਡਿਸਕਸ ਕਰੂੰਗਾ। ਆਫਟਰ ਦੈਟ ਆਪਾਂ ਦੂਸਰੀ ਜਿਹੜੀ ਹੈਗੀ ਉਹ ਐਗਜ਼ਾਮਪਲ ਲਵਾਂਗੇ। ਜਿਸ ਤਰੀਕੇ ਨਾਲ ਆਪਣੇ ਕੋਲ ਯੈਸ क्वेश्चन है BT toxin protein crystals present in the bacteria Bacillus thuringiensis does not kill the bacteria themselves because वो bacteria नु kill क्यों नहीं करते? We have 4 different options. Bacteria resistant to toxin, no, bacteria resistant नहीं है. Toxin occur in inactive prototoxin. Bacteria encloses toxins in a specific sac. None of these. So बड़ा ही clear cut answer अपन नु मिल रहे हैं। Second option ध्यान दे नाल देखो, these toxins occur as inactive prototoxin in bacteria. Next question is, what causes the inactive form of BT toxin to get converted into active form in the body of insect? ਜਦੋਂ BT toxin ਜਿਹੜੀ prototoxin ਹੈ insect ਦੀ gut ਦੇ ਵਿੱਚ ਜਾਊਗੀ at that time ਉਹ activate ਹੋ ਜਾਊਗੀ। why so? ਕੀ temperature gut ਦਾ ਇਸ ਤਰੀਕੇ ਦਾ ਹੈ ਜਾਂ ਉਹ ਕਹੇ ਜੇ ਇਸ ਤਰ੍ਹਾਂ ਦੇ enzymes ਪਏ ਹੈ ਜਾਂ alkaline pH है ਜਾਂ कोई स्पैसिफिक रीजन नहीं है। एक होर ऑप्शन जिहड़ी हैगी है कन्फ्यूजन करने वाली हो सकती सी एसिडिक pH ऑफ गट। सो ਇਹਦੇ ਵਿੱਚ ਵੱਡਾ ਰੀਜ਼ਨ ਹੈ alkaline pH ऑफ गट। कई बार बच्चे की सोच ਲੈਂਦੇ ਆ ਕਿ ਜਿਸ ਤਰੀਕੇ ਨਾਲ ਹਿਊਮਨ ਬਾਡੀ ਦੇ ਵਿੱਚ ਸਟਮਕ ਦੇ ਵਿੱਚ HCl ਹੁੰਦਾ ਜੀ ਤਾਂ ਉਹ ਐਸਿਡਿਕ ਹੁੰਦਾ ਹੈ, ਸੋ ਐਸਿਡਿਕ pH ਲੈ ਲੈਂਦੇ ਆ, ਬਟ ਐਸਿਡਿਕ ਨਹੀਂ ਹੈ। ਸਪੈਸੀਫਿਕਲੀ ਦੱਸਿਆ ਹੋਇਆ ਹੈ ਕਿ ਇਨਸੈਕਟ ਦੀ ਗਟ ਦੀ ਜਿਹੜੀ alkaline pH ਹੈ ਉਹ ਉਸ ਨੂੰ ਮੋਡੀਫਾਈ ਕਰ सो इस तरीके नाल बेटा ये अपने कोले पेस्ट रेजिस्टेंस की गल सी। इस तो नैक्सट बेटा आप लैने पेस्ट रेजिस्टेंस प्लांट्स दे विच एक होर है तंबाकू प्लांट की गल करते हैं। एक निमैटोड है मेलियोडाइजीन इनकॉग्निटिया, इत्थे दिखाया भी है मेलियोडाइजीन इनकॉग्निटिया। ये किस तरीके नाल तंबाकू प्लांट नूं इफेक्ट करता है? बेसिकली उसदियां रूट्स नूं इफेक्ट करता है। भी पुछिया जांदा किस नूं इफेक्ट करता है? रूट्स नूं इफेक्ट करता है। रूट्स ਨੂੰ ਇਫੈਕਟ ਕਰਕੇ ਇਸ ਦੇ ਵਿੱਚੋਂ ਜਿਹੜਾ ਹੈਗਾ ਤੰਬਾਕੂ ਦੇ ਯੀਲਡ ਨੂੰ ਡਿਕਰੀਜ਼ ਕਰ ਦਿੰਦਾ ਹੈ। ਹੁਣ ਉਹ ਯੀਲਡ ਨੂੰ ਡਿਕਰੀਜ਼ ਕਿਵੇਂ ਕਰਦਾ ਹੈ? ਕਿਉਂਕਿ ਕੁਝ ਸਪੈਸੀਫਿਕ ਪ੍ਰੋਟੀਨਸ ਪ੍ਰੋਡਿਊਸ ਕਰਦਾ ਹੈ। ਅਸੀਂ ਬੇਟਾ ਇੱਥੇ ਕਿਸ ਤਰੀਕੇ ਨਾਲ ਇਸ ਤੋਂ ਬਚਣਾ ਹੈ, ਇਸ ਦੇ ਲਈ ਅਸੀਂ ਇੱਕ ਟੈਕਨੀਕ ਯੂਜ਼ ਕਰਦੇ ਹਾਂ RNA ਇੰਟਰਫੀਰੈਂਸ। RNAi ਸਟ੍ਰੈਟਜੀ ਅਸੀਂ ਯੂਜ਼ ਕਰਦੇ ਹਾਂ। ਬੇਸਿਕਲੀ ਤੁਸੀਂ ਇਹ RNAi ਜਾਂ RNA ਇੰਟਰਫੀਰੈਂਸ ਟੈਕਨੀਕ ਹੈਗੀ ਕੀ ਹੈ ਜਾਂ RNA ਸਾਇਲੈਂਸਿੰਗ ਕੀ ਹੈ, इस चीज़ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਇਹ ਕਲੀਅਰ ਹੋ ਗਿਆ ਤਾਂ ਇਹ ਕਨਸੈਪਟ ਦੇ ਵਿੱਚ ਕੁਝ ਵੀ ਨਹੀਂ ਹੈਗਾ। ਤਾਂ ਮੈਂ ਇੱਥੇ ਤੁਹਾਨੂੰ ਦੱਸਦਾ ਹਾਂ ਜਿਸ ਤਰੀਕੇ ਨਾਲ ਕਿ ਇੱਧਰ ਆਪਾਂ ਡਰਾ ਕਰਦੇ ਹਾਂ, ਇਹ DNA ਹੈਗਾ। DNA ਡਬਲ ਸਟੈਂਡਰਡ DNA ਹੁੰਦਾ ਹੈ, 2 ਸਟੈਂਡਸ ਹੁੰਦੇ ਹੈ। ਇਸ DNA ਨੇ ਜਦੋਂ RNA ਪ੍ਰੋਡਿਊਸ ਕਰਨਾ ਤਾਂ ਇੱਕ ਸਟੈਂਡ ਜਿਹੜਾ ਹੈਗਾ ਆਪਣੇ ਕੋਲ ਉਹ RNA ਪ੍ਰੋਡਿਊਸ ਕਰਦਾ ਹੈ। ਇਸ ਤਰੀਕੇ ਨਾਲ ਇੱਥੋਂ ਜਿਹੜਾ ਹੈਗਾ mRNA ਪ੍ਰੋਡਿਊਸ ਹੋ ਜਾਂਦਾ। This is mRNA, DNA तो प्रोड्यूस होया mRNA। ये mRNA जिहड़ा हैगा ये की करूगा? This will produce proteins। यही वो प्रोटीन्स ने जिहड़े प्रोटीन्स इत्थे इस दे यील्ड नूं डिक्रीज कर दिंदे है। ये यील्ड नूं डिक्रीज करन दा काम करदे आ। सो इस करके जिहड़ा हैगा बेटा आपां कह सकदे हां कि यील्ड जिहड़ा हैगा वो घट जांदा है क्योंकि प्रोटीन्स जिहड़े हैगे वो इफेक्ट करदे हैगे रूट्स। बट समहाउ जे असीं किसी ना किसी तरीके नाल ये कर दईए कि जदों DNA तो mRNA बनिया असीं इस mRNA नूं इनएक्टिवेट कर दईए। इस नूं इनएक्टिवेट करने वास्ते असीं RNA इंटरफेरेंस स्ट्रैटजी यूज़ करनी है। किस तरीके नाल यूज़ करनी है? इत्थे जे mRNA दा एक कंप्लीमेंटरी स्ट्रैंड मिल जे तो कंप्लीमेंटरी स्ट्रैंड इस दे नाल कंबाइन कर जे। जदों इस दे नाल कंबाइन कर जूगा तो अपने कोले की बन गया? दिस इज DSRNA। DSRNA दा मतलब की है? डबल स्टैंडर्ड RNA। हुण तुसीं मैनूं ये दसो कि की डबल स्टैंडर्ड RNA प्रोटीन सिंथेसिस कर सकदा है? नहीं कर सकदा ना, क्योंकि mRNA दे उत्ते नाइट्रोजन बेसिस दी एक सीक्वेंस सी। mRNA दे उत्ते जिवें ए सी, इत्थे एडेनिन सी, गुआनिन सी, साइटोसिन सी, जिहो जी सीक्वेंस सी। जे तुहानूं प्रोसैस जिहड़ा हैगा क्लीयर हैगा कि किस तरीके नाल जिहड़ा tRNA हैगा, इस tRNA दे नाल इत्थे अमाइनो एसिड्स लगे हुंदे है। tRNA दे उत्ते प्रेजेंट जिहड़ी सीक्वेंस है दिस इज एंटीकोडन।
ਜੇ ਸੀਕੁਐਂਸ ਜਿਹੜੀ ਹੈਗੀ ਹੈ ਬੇਟਾ ਇਸ ਤਰੀਕੇ ਦੀ ਹੋਊਗੀ UCG ਓਨਲੀ ਦੈਨ ਇਹ ਇਸ ਦੇ ਨਾਲ ਬਾਈਂਡ ਕਰੂਗਾ। ਸੋ ਬਾਈਂਡ ਕਰਨ ਤੋਂ ਬਾਅਦ ਚ ਅਮਾਈਨੋ ਐਸਿਡ ਇੱਕ ਦੂਜੇ ਨਾਲ ਕੰਬਾਈਨ ਕਰ ਜਾਣਗੇ, ਪ੍ਰੋਟੀਨਸ ਬਣ ਜਾਣਗੇ। ਬਟ ਹੁਣ ਸਾਡੇ ਕੋਲ ਇਹ mRNA ਹੀ ਓਪਨ ਨਹੀਂ ਹੈ, ਇਹ mRNA ਸਿੰਗਲ ਸਟੈਂਡਰਡ ਸੀ, ਅਸੀਂ ਇਸ mRNA ਨੂੰ ਡਬਲ ਸਟੈਂਡਰਡ ਕਰਤਾ। ਦਿਸ ਇਜ਼ ਕਾਲਡ RNA ਸਾਇਲੈਂਸਿੰਗ। RNA ਸਾਇਲੈਂਸਿੰਗ ਹੋ ਗਈ ਤਾਂ RNA ਐਕਸਪ੍ਰੈਸ ਹੀ ਨਹੀਂ ਕਰੂਗਾ, ਪ੍ਰੋਟੀਨਸ ਹੀ ਨਹੀਂ ਬਣਨਗੇ, ਤੇ ਤੰਬਾਕੂ ਪਲਾਂਟ ਦਾ ਜਿਹੜਾ ਯੀਲਡ ਸੀ ਉਹਨੇ ਡਿਕਰੀਜ਼ ਕਰਨਾ ਸੀ, ਉਹ ਕਰਨੀ ਪਊਗਾ। ਸੋ ਅਸੀਂ ਇਸ ਟੈਕਨੀਕ ਨੂੰ ਯੂਜ਼ ਕਰਦੇ ਹਾਂ। RNA interference is a method of cellular defense in all the eukaryotes. It prevents the translation of specific mRNA। ਕਿੱਥੇ ਕੰਮ ਕਰਦਾ ਹੈ? Specific mRNA ਦੀ translation ਨੂੰ ਰੋਕ ਦਿੰਦਾ ਹੈ, silencing ਕਰ ਦਿੰਦਾ ਹੈ। ਕਿਵੇਂ ਕਰ ਦਿੰਦਾ ਹੈ? Because of complementary double stranded RNA molecule। So double stranded RNA molecule ਨਾਲ ਕਰ ਦਿੰਦਾ ਹੈ। Source ਹੈ ਜਿਹੜਾ complementary double stranded RNA molecule ਦਾ, ਉਹ infection ਹੋ ਸਕਦਾ ਹੈ RNA ਵਾਇਰਸ ਦੀ, ਜਾਂ ਕੋਈ genetic elements ਹੋ ਸਕਦੇ ਆ। ਯੂਜ਼ਿੰਗ ਐਗਰੋਬੈਕਟੀਰੀਅਮ ਵੈਕਟਰ, ਅਸੀਂ ਐਗਰੋਬੈਕਟੀਰੀਅਮ ਵੈਕਟਰ ਨੂੰ ਯੂਜ਼ ਕਰਕੇ ਨੈਮੈਟੋਡ ਸਪੈਸੀਫਿਕ ਜੀਨਸ ਜਿਹੜੇ ਉਹ ਹੋਸਟ ਪਲਾਂਟ ਦੇ ਵਿੱਚ ਇੰਟਰੋਡਿਊਸ ਕਰ ਦਾਂਗੇ। ਇਹਨਾਂ ਜੀਨਸ ਦੇ ਨਾਲ ਅਸੀਂ ਜੈਨੇਟਿਕ ਮੋਡੀਫਿਕੇਸ਼ਨ ਕਰ ਰਹੇ ਹਾਂ ਨਾ, ਅਸੀਂ ਕਰ ਕੀ ਰਹੇ ਹਾਂ, ਜੈਨੇਟਿਕ ਮੋਡੀਫਿਕੇਸ਼ਨ ਕਰ ਰਹੇ ਹਾਂ। ਇਹਦੇ ਨਾਲ ਸੈਂਸ ਤੇ ਐਂਟੀ ਸੈਂਸ RNA ਮੋਲੀਕਿਊਲਸ ਬਣ ਜਾਣਗੇ। ਇਹ ਜਿਹੜੇ RNA ਮੋਲੀਕਿਊਲਸ ਨੇ, ਬਿਕੋਜ਼ ਦੇ ਆਰ ਕੰਪਲੀਮੈਂਟਰੀ ਨੂੰ ਤਾਂ ਕੰਬਾਈਨ ਕਰ ਜਾਣਗੇ ਐਂਡ ਵੀ ਵਿਲ ਗੈਟ ਡਬਲ ਸਟੈਂਡਰਡ RNA ਮੋਲੀਕਿਊਲ। ਡਬਲ ਸਟੈਂਡਰਡ RNA ਮੋਲੀਕਿਊਲ ਬਣਨ ਦਾ ਮਤਲਬ ਕੀ ਹੈ? dsRNA ਬਣਨ ਦਾ ਮਤਲਬ ਕੀ ਹੈ ਕਿ ਹੁਣ ਇਹ RNA ਪ੍ਰੋਟੀਨ ਸਿੰਥੇਸਿਸ ਨਹੀਂ ਕਰ ਸਕਦਾ। ਸੋ ਸਾਇਲੈਂਸਿੰਗ ਹੋ ਗਈ। ਦਸ ਦਾ ਪੈਰਾਸਾਈਟ ਕੈਨ ਨਾਟ ਸਰਵਾਈਵ ਇਨ ਦਾ ਟ੍ਰਾਂਸਜੈਨਿਕ ਹੋਸਟ, ਉੱਥੇ ਸਰਵਾਈਵ ਨਹੀਂ ਕਰ ਪਾਊਗਾ, ਸਪੈਸੀਫਿਕ ਇੰਟਰਫੀਰੈਂਸ RNA ਐਕਸਪ੍ਰੈਸ ਨਹੀਂ ਕਰ ਪਾਊਗਾ। ਸੋ ਇਸ ਤਰੀਕੇ ਨਾਲ ਅਸੀਂ ਬੇਟਾ RNA ਸਾਇਲੈਂਸਿੰਗ ਦੀ ਟੈਕਨੀਕ ਦੇ ਨਾਲ ਆਪਣਾ ਜਿਹੜਾ ਨੇਮੈਟੋਡ ਹੈਗਾ ਉਸ ਨੂੰ ਉਸ ਤੋਂ ਰੈਜ਼ਿਸਟੈਂਟ ਕਰਤਾ ਤੰਬਾਕੂ ਪਲਾਂਟ। ਸੋ ਇਹ ਸੈਕੰਡ ਐਪਲੀਕੇਸ਼ਨ ਸੀ। ਦੋ ਪੁਆਇੰਟਸ ਮੈਂ ਤੁਹਾਨੂੰ ਦੱਸੇ ਹੈ। ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈਗਾ ਉਹ BT ਕਾਟਨ ਵਾਲਾ ਹੈ। ਦੂਸਰਾ ਬੇਟਾ RNA ਸਾਇਲੈਂਸਿੰਗ ਦੇ ਨਾਲ ਨੇਮੈਟੋਡ ਮੇਲੈਨੋਡਾਈਜ਼ਿਨ ਇਨਕੋਗਨੀਟੀਆ ਕਿਸ ਤਰੀਕੇ ਨਾਲ ਬਚ ਜਾਂਦਾ ਹੈ। ਇਹਨਾਂ ਦੋਨਾਂ ਦੇ ਪੁਆਇੰਟਸ ਨੂੰ ਡਿਸਕਸ ਕੀਤਾ। ਸੈਕੰਡ ਪੁਆਇੰਟ ਦੇ ਵਿੱਚੋਂ ਵੀ ਇੱਕ ਦੋ ਕੁਐਸਚਨ ਆਪਾਂ ਡਿਸਕਸ ਕਰਾਂਗੇ, ਜਿਸ ਤਰ੍ਹਾਂ ਹੈ the process of RNA interference has been used to make the tobacco plant resistant to। किस तो resistant होएगा? Bacillus thuringiensis, Melanodyne incognitia, flies and mosquito, both and A and B। so ਜੇ ਬੇਟਾ ਪੜਿਆ ਹੋਇਆ ਫੇਰ ਹੀ ਕਲੀਅਰ ਹੋਏਗਾ। ਹੁਣ ਤਾਂ ਤੁਹਾਨੂੰ ਲੱਗਦਾ ਕਿ ਸਰ ਬੜਾ ਸਿੰਪਲ ਕੁਐਸਚਨ ਹੈ, ਪੇਪਰ ਦੇ ਵਿੱਚ ਪਿਆ ਹੁੰਦਾ ਹੈ, ਉਦੋਂ ਸੋਚੀ ਜਾਂਦੇ ਹੋ ਕਿ ਕਿਤੇ Bacillus thuringiensis ਤਾਂ ਨਹੀਂ ਸੀ, ਨਹੀਂ। ਸੋ ਧਿਆਨ ਨਾਲ ਕਰਨਾ ਹੈ ਬੇਟਾ। Which of the following is the nematode that attacks the roots of tobacco plant and causes the decrease in yield? ਕਿਹੜਾ ਹੈ ਬੇਟਾ? Melanodyne incognitia। ਥਰਡ ਕੁਐਸਚਨ ਨੂੰ ਥੋੜਾ ਜਿਹਾ ਧਿਆਨ ਨਾਲ ਸਮਝੋ, ਇਹ ਲਾਸਟ ਕੁਐਸਚਨ ਆਪਣਾ, ਇਸ ਤੋਂ ਬਾਅਦ ਆਪਣਾ ਲੈਕਚਰ ਜਿਹੜਾ ਓਵਰ ਹੋਣ ਵਾਲਾ ਹੈ। RNA interference involves ਕੀ ਕੁਝ ਹੁੰਦਾ ਇਹਦੇ ਵਿੱਚ? Synthesis of complementary DNA and RNA using the reverse transcriptase। ਕੀ ਰਿਵਰਸ ਟ੍ਰਾਂਸਕ੍ਰਿਪਸ਼ਨ ਹੁੰਦੀ ਹੈ? ਜਾਂ ਸਾਇਲੈਂਸਿੰਗ ਹੁੰਦੀ ਹੈ ਸਪੈਸੀਫਿਕ mRNA ਦੀ, ਕਿਉਂਕਿ ਉਹਦਾ ਕੰਪਲੀਮੈਂਟਰੀ RNA ਆ ਜਾਂਦਾ ਹੈ। ਜਾਂ RNA ਦੀ ਇੰਟਰਫੀਰੈਂਸ ਹੁੰਦੀ ਹੈ ਇਨ ਦਾ ਸਿੰਥਸਿਸ ਆਫ DNA, ਜਾਂ DNA ਤੋਂ mRNA ਬਣਾਉਣ ਦੀ ਸਿੰਥਸਿਸ ਦੇ ਵਿੱਚ ਅਸੀਂ ਇੰਟਰਫੀਅਰ ਕਰਦੇ ਹਾਂ। ਅਸੀਂ ਜਿਸ ਪ੍ਰੋਸੈਸ ਦੇ ਵਿੱਚ ਇੰਟਰਫੀਅਰ ਕਰਦੇ ਹਾਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਦੁਬਾਰਾ ਫਿਰ ਦੱਸ ਰਹੇ ਹਾਂ ਕਿ ਇਸ ਤਰੀਕੇ ਨਾਲ DNA ਹੁੰਦਾ ਹੈ। DNA ਤਾਂ ਡਬਲ ਸਟੈਂਡਰਡ DNA ਹੀ ਹੁੰਦਾ ਹੈ। ਇਸ DNA ਤੋਂ ਜਦੋਂ mRNA ਬਣ ਜਾਂਦਾ ਹੈ, ਇਹ mRNA ਅੱਗੇ ਜਿਹੜਾ ਹੈਗਾ ਕੀ ਬਣਾਉਂਦਾ ਹੈ? ਪ੍ਰੋਟੀਨ ਸਿੰਥਸਿਸ ਕਰ ਦਿੰਦਾ ਹੈ। ਇਸ mRNA ਤੋਂ ਅੱਗੇ ਬਣਦੇ ਪ੍ਰੋਟੀਨ ਸਿੰਥਸਿਸ। ਇੱਥੇ ਜਿਹੜਾ ਪ੍ਰੋਸੈਸ ਹੈ, ਦਿਸ ਪ੍ਰੋਸੈਸ ਇਜ਼ ਟ੍ਰਾਂਸਲੇਸ਼ਨ। RNA ਇੰਟਰਫੀਰੈਂਸ ਟੈਕਨੀਕ ਦੇ ਵਿੱਚ ਸਿਰਫ ਇੱਥੇ ਇਸ ਦਾ ਕੰਪਲੀਮੈਂਟਰੀ ਜਿਹੜਾ ਹੈਗਾ ਉਹ ਲੈ ਕੇ ਇਸ ਨੂੰ ਡਬਲ ਸਟੈਂਡਰਡ ਬਣਾ ਦਿੱਤਾ ਜਾਂਦਾ ਹੈ। ਨਾਓ ਦਿਸ mRNA ਇਜ਼ dsRNA। dsRNA ਐਕਸਪ੍ਰੈਸ ਨਹੀਂ ਕਰ ਪਾਊਗਾ, ਪ੍ਰੋਟੀਨ ਸਿੰਥਸਿਸ ਨਹੀਂ ਕਰ ਪਾਊਗਾ। ਇਸ ਪ੍ਰੋਸੈਸ ਦੇ ਵਿੱਚ ਅਸੀਂ ਜਦੋਂ ਇੰਟਰਫੀਅਰ ਕਰਦੇ ਹਾਂ ਤਾਂ ਹੁਣ ਨੇਮੈਟੋਡ ਜਿਹੜਾ ਮੇਲੈਨੋਡਾਈਨ ਇਨਕੋਗਨੀਟੀਆ ਹੈ, ਜਿਹਨੇ ਤੰਬਾਕੂ ਪਲਾਂਟ ਦੇ ਉੱਤੇ ਅਟੈਕ ਕੀਤਾ ਹੈ, ਕਿਉਂਕਿ ਅਸੀਂ ਬੇਟਾ ਉਸ ਦੇ RNA ਦੀ ਸਾਇਲੈਂਸਿੰਗ ਕਰਤੀ, ਤਾਂ ਮੇਲੈਨੋਡਾਈਨ ਇਨਕੋਗਨੀਟੀਆ ਆਪਣੀ ਸਰਵਾਈਵਲ ਦੇ ਲਈ ਪ੍ਰੋਪਰ ਪ੍ਰੋਟੀਨਸ ਹੀ ਨਹੀਂ ਪ੍ਰੋਡਿਊਸ ਕਰੂਗਾ। ਜਦੋਂ ਪ੍ਰੋਟੀਨ ਨਹੀਂ ਪ੍ਰੋਡਿਊਸ ਕਰ ਪਾਊਗਾ, ਇਹਦਾ ਮਤਲਬ ਉਹ ਸਰਵਾਈਵ ਨਹੀਂ ਕਰ ਪਾਊਗਾ ਤੰਬਾਕੂ ਪਲਾਂਟ ਦੇ ਵਿੱਚ, ਤੇ ਤੰਬਾਕੂ ਪਲਾਂਟ ਦਾ ਜਿਹੜਾ ਲਾਸ ਹੈ ਅਸੀਂ ਉਸ ਲਾਸ ਨੂੰ ਰੋਕ ਸਕਦੇ ਹਾਂ। ਸੋ ਇਹ ਟੈਕਨੀਕ ਸੀਗੀ। ਆਈ ਹੋਪ ਕਿ ਦੋਨੋਂ ਪੁਆਇੰਟਸ ਬੇਟਾ ਤੁਹਾਨੂੰ ਸਮਝ ਲੱਗੇ ਹੋਣਗੇ। ਮੈਂ ਤੁਹਾਨੂੰ ਦੱਸ ਦਿਆਂ ਬੇਟਾ ਕਿ ਜਿਹੜੇ ਅੱਜ ਦੇ ਆਪਣੇ ਜਿਹੜੇ ਦੋਨੋਂ ਪੁਆਇੰਟ ਸੀਗੇ, ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੈਸਟ ਰੈਜ਼ਿਸਟੈਂਸ ਪਲਾਂਟਸ ਦੇ ਵਿੱਚ BT ਕਾਟਨ ਦੀ ਗੱਲ ਕੀਤੀ ਹੈ, ਬੈਸਿਲਸ thuringiensis ਬੈਕਟੀਰੀਆ ਯੂਜ਼ ਕਰਕੇ। ਦੂਸਰਾ ਜਿਹੜਾ ਅਸੀਂ ਪਲਾਂਟ ਲਿਆ ਉਹ ਨੇਮੈਟੋਡ ਦੀ ਗੱਲ ਕੀਤੀ ਹੈ,
ਜਿਹੜਾ ਨਿਮੈਟੋਡ ਤੰਬਾਕੂ ਪਲਾਂਟ ਦੀ ਯੀਲਡ ਨੂੰ ਡਿਕਰੀਜ਼ ਕਰ ਦਿੰਦਾ ਹੈ। ਸੋ ਇਹ ਸੀ ਟੌਪਿਕ ਰੋਲ ਆਫ ਬਾਇਓਟੈਕਨੋਲੋਜੀ ਇਨ ਦ ਫੀਲਡ ਆਫ ਐਗਰੀਕਲਚਰ। ਆਈ ਹੋਪ ਕਿ ਤੁਹਾਨੂੰ ਟੌਪਿਕ ਪ੍ਰੋਪਰਲੀ ਸਮਝ ਲੱਗਿਆ ਹੋਊਗਾ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮਚ।